ਹਾਜ਼ਰੀਨ ਮੁਅੱਜ਼ਜ਼ ਸਾਡੇ ਵਿਖਿਆਨਾਂ ਦੀ ਲੜੀ ਦੇ ਅੰਤਰਗਤ ਜਿਹੜਾ ਅੱਜ ਦਾ ਸਾਡਾ ਲੈਕਚਰ ਹੈਗਾ ਉਹ ਵਿਆਕਰਣ ਦੇ ਵਿੱਚ ਅਰਥ ਦੇ ਨਾਲ ਸੰਬੰਧ ਰੱਖਦਾ ਹੈਗਾ ਜਾਂ ਅਰਥ ਬੋਧ ਦੇ ਨਾਲ ਜਿਹਦਾ ਸੰਬੰਧ ਹੈ। ਅੱਜ ਅਸੀਂ ਇਸ ਕੜੀ ਦੇ ਵਿੱਚ ਅਰਥ ਨੂੰ ਤੇ ਵਾਕ ਨੂੰ ਸਿੰਟੈਕਸ ਨੂੰ ਦੋਵਾਂ ਨੂੰ ਹੀ ਐਕਸਪਲੇਨ ਕਰਾਂਗੇ। ਤੋ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਅਰਥ ਕੀ ਹੈ। ਅਰਥ ਉਰਦੂ ਲਫ਼ਜ਼ ਮਾਇਨੇ ਦਾ ਤਦਭਵ ਰੂਪ ਹੈ ਜੋ ਅੰਗਰੇਜ਼ੀ ਦੇ ਮੀਨਿੰਗ ਦੀ ਅਭਿਵਿਅੰਜਨਾ ਕਰਦਾ ਹੈਗਾ। ਮੀਨਿੰਗ ਤੋਂ ਭਾਵ ਹੈ ਕਿ ਕਿਸੇ ਵਸਤੂ ਦਾ ਕਿਸੇ ਸ਼ਬਦ ਦਾ ਅੰਤਰੀਵ ਭਾਵ, ਕਿਸੇ ਸ਼ਬਦ ਦੀ ਬਣਤਰ ਦੇ ਵਿੱਚ ਵਸ ਰਹੀ ਉਹਦੀ ਆਤਮਾ, ਜਿਹਨੂੰ ਅਰਥ ਕਿਹਾ ਜਾਂਦਾ ਹੈਗਾ। ਤੋ ਧੁਨੀਵਾਦੀ ਆਚਾਰੀਆ ਨੇ ਇਸ ਨੂੰ ਧੁਨੀ ਦਾ ਨਾਮ ਦਿੱਤਾ ਹੈ। ਧੁਨ ਕੀ ਹੈਗਾ? ਧੁਨ ਸ਼ਬਦ ਦੇ ਵਿੱਚ ਜਾਂ ਕਾਵ ਦੇ ਵਿੱਚ ਉਹਦੇ ਅੰਤਰੀਵ ਭਾਵ ਨੂੰ ਉਹਨਾਂ ਨੇ ਆਚਾਰੀਆ ਆਨੰਦਵਰਧਨ ਨੇ ਧੁਨੀ ਆਖਿਆ ਹੈਗਾ। ਤੋ ਧੁਨੀ ਨੂੰ ਜਿਹੜਾ ਹੈਗਾ ਇੱਥੇ ਸ਼ਬਦ ਦੀ ਆਤਮਾ ਦਾ ਜਿਹੜਾ ਹੈਗਾ ਆਤਮਾ ਨੂੰ ਮੰਨਣ ਵਾਸਤੇ ਜ਼ੋਰ ਦਿੱਤਾ ਗਿਆ ਹੈਗਾ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ। ਤੋ ਇਸ ਤੋਂ ਛੁੱਟ ਜੇ ਅਸੀਂ ਗੁਰਬਾਣੀ ਦੀ ਗੱਲ ਕਰੀਏ ਤੇ ਗੁਰਬਾਣੀ ਦੀ ਭਾਸ਼ਾ ਦੇ ਵਿੱਚ ਵੀ ਗੱਲ ਇਸ ਸੰਦਰਭ ਦੇ ਵਿੱਚ ਗੁਰਬਾਣੀ ਦੇ ਕੰਟੈਕਸਟ ਦੇ ਵਿੱਚ ਵੀ ਆਉਂਦੀ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੋ ਜਿਹੜੀ ਸੁਰਤ ਹੈਗੀ ਹੈ ਜਾਂ ਧੁਨ ਹੈਗੀ ਉਹਦੇ ਵਿੱਚ ਜਿਹੜਾ ਉਹਦਾ ਅਰਥ ਹੈਗਾ, ਜੇ ਸ਼ਬਦ ਗੁਰੂ ਹੈ ਤੇ ਉਹਦਾ ਅਰਥ ਜਿਹੜਾ ਉਹ ਚੇਲਾ ਹੈਗਾ, ਜੋ ਸਾਊਂਡ ਹੈਗਾ ਉਹਦੇ ਵਿੱਚ। ਤੋ ਸਾਊਂਡ ਜਾਂ ਧੁਨੀ ਜਿਹੜੀ ਹੈਗੀ ਹੈ ਉਹ ਉਹਦਾ ਮਾਇਨਾ ਹੈਗਾ। ਤੋ ਅਰਥ ਆਪਣੇ ਆਪ ਦੇ ਵਿੱਚ ਇੰਨਾ ਕਲਿਸ਼ਟ ਹੈਗਾ ਜਿੰਨਾ ਅਸੀਂ ਇਹਨੂੰ ਸੌਖਾ ਸਮਝ ਰਹੇ ਹਾਂ, ਦਰਅਸਲ ਉਹ ਓਨਾ ਸੌਖਾ ਪ੍ਰਪੰਚ ਨਹੀਂ ਹੈਗਾ। ਪੱਛਮੀ ਭਾਸ਼ਾਵਿਦ ਔਗਡਨ ਤੇ ਰਿਚਰਡ ਨੇ ਆਪਣੀ ਪੁਸਤਕ ਦਾ ਮੀਨਿੰਗ ਆਫ ਮੀਨਿੰਗਸ ਦੇ ਵਿੱਚ ਅਰਥ ਦੀਆਂ 22 ਡੈਫੀਨੇਸ਼ਨਸ ਦਿੱਤੀਆਂ ਨੇ। ਅਰਥ ਨੂੰ 22 ਵਾਰ ਪਰਿਭਾਸ਼ਿਤ ਕਰਨ ਦਾ ਉਹਨਾਂ ਨੇ ਯਤਨ ਕੀਤਾ ਹੈ, ਪਰ ਉਹ ਹਰਫ ਅਖੀਰ ਤੱਕ, ਲਾਸਟ ਤੱਕ ਕੋਈ ਉਹਨਾਂ ਨੇ ਪ੍ਰੋਪਰ ਉਹਦੀ ਡੈਫੀਨੇਸ਼ਨ ਨਹੀਂ ਦੇ ਸਕੇ। ਸੋ ਅਰਥਾਂ ਦਾ ਘੇਰਾ ਬੜਾ ਵਿਸ਼ਾਲ ਹੈਗਾ ਔਰ ਅਰਥ ਅਸੀਂ ਆਪਣੀ ਬੁੱਧੀਮਤਾ ਦੇ ਅਨੁਸਾਰ ਪ੍ਰਾਪਤ ਕਰਦੇ ਹਾਂ। ਭਾਰਤੀ ਕਾਵਿ ਸ਼ਾਸਤਰੀਆਂ ਨੇ ਅਰਥ ਦੀਆਂ 3 ਅਵਸਥਾਵਾਂ ਮੰਨੀਆਂ ਨੇ। ਉਹ ਕਹਿੰਦੇ ਨੇ ਭਾਰਤੀ ਕਾਵਿ ਸ਼ਾਸਤਰੀ ਕਹਿੰਦੇ ਨੇ ਇੱਕ ਤਾਂ ਹੁੰਦੇ ਨੇ ਅਭਿਦਾ ਅਰਥ, ਅਭਿਦਾ। ਇੱਕ ਹੁੰਦੇ ਨੇ ਲਕਸ਼ਣਾ, ਤੀਸਰੇ ਹੁੰਦੇ ਨੇ ਵਿਅੰਜਨਾ। ਹੁਣ ਅਭਿਦਾ, ਲਕਸ਼ਣਾ ਤੇ ਵਿਅੰਜਨਾ ਇਹ 3 ਪ੍ਰਕਾਰ ਦੇ ਜਿਹੜੇ ਅਰਥ। ਤੀਸਰੀ ਸ਼ਬਦ ਸ਼ਕਤੀ ਆਚਾਰੀਆ ਮੰਮਟ, ਆਚਾਰੀਆ ਅਭਿਨਵ ਗੁਪਤ, ਰਸ ਗੰਗਾਧਰ ਕਰਤਾ, ਆਚਾਰੀਆ ਪੰਡਿਤ ਰਾਜ ਜਗਨਨਾਥ, ਇਹਨਾਂ ਨੇ ਐਕਸਪਲੇਨ ਕੀਤਾ ਹੈਗਾ। ਜਦੋਂ ਇਹ ਕਰਦੇ ਹੈਗੇ ਨੇ ਧਵਨੀਆਂ ਲੋਕ ਨੂੰ ਐਕਸਪਲੇਨ ਕਰਦੇ ਨੇ, ਇਹਦੇ ਵਿੱਚ ਚੌਥੀ ਇੱਕ ਹੋਰ ਸ਼ਕਤੀ ਸਾਡੇ ਸਨਮੁਖ ਆਉਂਦੀ ਹੈ, ਉਹ ਤਾਤਪਰੀਆ ਵੀ ਹੈਗੀ ਹੈ। ਤਾਤਪਰੀਆ ਤੋ ਤਾਤਪਰੀਆ ਦਾ ਸੰਬੰਧ ਇਹਨਾਂ ਨਾਲੋਂ ਜਿਹੜਾ ਹੈਗਾ ਉਹ ਅੱਗੇ ਦਾ ਸੰਬੰਧ ਹੈਗਾ। ਤੋ ਅਸੀਂ ਜਿਹੜਾ ਹੈਗਾ ਇੱਥੇ 3 ਪੱਧਰਾਂ ਤੋਂ ਹੀ ਅਰਥ ਨੂੰ ਵੇਖਾਂਗੇ। ਹੁਣ ਅਭਿਦਾ ਹੈਗਾ, ਅਭਿਦਾ ਅਰਥ ਜਿਹੜਾ ਹੈਗਾ ਉਹ ਸਧਾਰਨ ਅਰਥ ਹੈ। ਹੁਣ ਅਸੀਂ ਇੱਥੇ ਇੱਕ ਬੋਲੀ, ਲੋਕ ਬੋਲੀ ਦੀ ਇੱਥੇ ਉਦਾਹਰਨ ਲੈ ਸਕਦੇ ਹੈਗੇ ਆ ਕਿ ਕਦੇ ਵੇ ਨਾ ਆਇਆ ਤੂੰ ਹੱਸਦਾ ਖੇਡਦਾ। ਇੱਕ ਲੋਕ ਬੋਲੀ ਹੈ, ਕਦੇ ਵੇ ਨਾ ਆਇਆ, ਕਦੇ ਵੇ ਨਾ ਆਇਆ ਤੂੰ ਹੱਸਦਾ ਖੇਡਦਾ। ਕਦੇ ਨਾ ਪਿਆ ਕੁੜੀ ਕਰਕੇ, ਤੈਨੂੰ ਦੱਬ ਕਿਉਂ ਨਾ ਦਿੱਤਾ ਕੁੜੀ ਕਰਕੇ। ਹੁਣ ਆਹ ਲੋਕ ਬੋਲੀ ਹੈ, ਇੱਕ ਇਹ ਲੋਕ ਬੋਲੀ ਹੈ, ਲੋਕ ਸਾਹਿਤ ਦੇ ਵਿੱਚ ਆਈ ਜਾਣ ਵਾਲੀ ਆਮ ਬੋਲੀ ਹੈਗੀ। ਜਦੋਂ ਔਰਤਾਂ ਨ੍ਰਿਤ ਕਰਦੀਆਂ ਉਦੋਂ ਇਹ ਬੋਲੀ ਤਕਰੀਬਨ ਪਾਈ ਜਾਂਦੀ ਹੈ।
ਤੋ ਇਹਦੇ ਵਿੱਚ ਕਦੇ ਵੀ ਨਾ ਆਇਆ ਤੂੰ ਹੱਸਦਾ ਖੇਡਦਾ, ਕਦੇ ਨਾ ਪਿਆ ਹੁੜੀ ਕਰਕੇ, ਤੈਨੂੰ ਦੱਬ ਕਿਉਂ ਨਾ ਦਿੱਤਾ ਕੁੜੀ ਕਰਕੇ। ਤੋ ਅਭਿਦਾ ਅਰਥ ਜਦੋਂ ਅਸੀਂ ਇਹਦੇ ਅਭਿਦਾ ਅਰਥ ਲੈਣੇ ਹੈਗੇ ਆ ਤੇ ਸਧਾਰਨ ਹੀ ਸਾਡੇ ਜਿਹੜਾ ਵਰਗ ਨੂੰ, ਸਰੋਤੇ ਨੂੰ, ਸੁਹਿਰਦ ਪਾਠਕ ਨੂੰ ਜਾਂ ਸੁਹਿਰਦ ਸਰੋਤੇ ਨੂੰ ਇਹ ਗੱਲ ਸਧਾਰਨ ਰੂਪ ਦੇ ਵਿੱਚ ਉਹਨੂੰ ਉਹਦੇ ਮਨ ਦੇ ਵਿੱਚ, ਉਹਦੇ ਅੰਤःਕਰਨ ਦੇ ਵਿੱਚ ਸਮਾ ਜਾਂਦੀ ਹੈ ਕਿ ਘਰੇ ਤਾਂ ਕੋਈ ਗੱਲਬਾਤ ਕਦੇ ਹੱਸ ਖੇਡ ਕੇ ਕੀਤੀ ਨਹੀਂ, ਤੇ ਜੇ ਹੱਸਣਾ ਖੇਡਣਾ ਨਹੀਂ ਸੀਗਾ ਤੇ ਤੂੰ ਫਿਰ ਇਦੋਂ ਤਾਂ ਕੁੜੀ ਹੁੰਦਾ, ਜਦੋਂ ਘਰ ਵਾਲੀ ਨਾਲ ਕੋਈ ਗੱਲਬਾਤ ਹੀ ਨਹੀਂ ਕਰਨੀ। ਸਧਾਰਨ ਅਰਥ ਮਿਲ ਗਏ, ਇਸ ਪਹਿਲੇ ਅਰਥ ਮੈਂ ਇਹਦੇ ਮਿਲ ਗਏ ਨੇ, ਅਭਿਦਾ ਅਰਥ ਨੇ। ਦੂਸਰੇ ਆ ਜਾਂਦੇ ਨੇ ਲਕਸ਼ਣਾ। ਹੁਣ ਲਕਸ਼ਣਾ ਅਰਥਾਂ ਦੇ ਵਿੱਚ ਜਿਹੜਾ ਹੈਗਾ ਵਾ ਉਹ ਸਰੋਤਾ ਜਾਂ ਪਾਠਕ ਜਾਂ ਜਿਹੜਾ ਹੈਗਾ ਸੁਹਿਰਦ ਦਰਸ਼ਕ ਹੈਗਾ ਹੈ, ਉਹ ਇਸ ਚੀਜ਼ ਦੀ ਲੱਖਣ ਲਾਊਗਾ ਕਿ ਕੋਈ ਮਾੜੀ ਮੋਟੀ ਘਰੇ ਗੱਲਬਾਤ ਹੋਣੀ ਹੈ, ਕੋਈ ਲੜਾਈ ਝਗੜਾ ਹੋਣਾ ਹੈ, ਤਾਂ ਕਰਕੇ ਉਹ ਹੱਸਦਾ ਖੇਡਦਾ ਨਹੀਂ ਆਉਂਦਾ, ਤੋ ਉਹਨੂੰ ਘਰੇ ਜਿਹੜਾ ਹੈਗਾ ਉਸ ਦਾ ਵਾਤਾਵਰਣ ਚੰਗਾ ਨਹੀਂ ਲੱਗਦਾ। ਲੱਖਣ ਲਾ ਲੈਣਾ ਮਨ ਦੇ ਵਿੱਚ ਕਿਸੇ ਗੱਲ ਨੂੰ ਕਿ ਹਾਂ ਇਹ ਹੋਊਗਾ। ਪਰ ਇਹਦੇ ਪਿੱਛੇ ਇੱਕ ਤੀਸਰੇ ਅਰਥ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਚਾਰੀਆ ਨੇ ਵਿਅੰਜਨਾ ਆਖਿਆ ਹੈਗਾ। ਸਾਡੀ ਅਰਥ ਪਹੁੰਚ ਜਿਹੜੀ ਹੈਗੀ ਹੈ ਇਹਨਾਂ ਦੋਨਾਂ ਤੱਕ ਹੀ ਮਹਦੂਦ ਰਹਿੰਦੀ ਹੈ, ਇੱਥੋਂ ਤੱਕ ਸਾਡੀ ਪਹੁੰਚ ਜਿਹੜੀ ਆ ਉਹ ਨਹੀਂ ਜਾ ਸਕਦੀ। ਇਹਦੇ ਜਿਹੜੇ ਤੀਜੇ ਅਰਥ ਨੇ, ਵਿਅੰਗ ਅਰਥ ਕਿਹਾ ਹੈਗਾ ਆਚਾਰੀਆ ਮੰਮਟ ਨੇ, ਗੁਣੀ ਭੂਤ ਵਿਅੰਗਾ। ਔਰ ਜਿਹੜੇ ਵਿਅੰਗ ਅਰਥ ਹੈਗੇ ਨੇ ਨਾ, ਉਹਦੇ ਵਿੱਚ ਉਹ ਕਹਿੰਦਾ ਹੈਗਾ ਕਿ ਇੱਥੇ ਇੱਕ ਔਰਤ ਹੈਗੀ ਜਿਹੜੀ ਨਾਇਕਾ ਹੈ, ਉਹ ਨਾਇਕਾ ਕੀ ਕਹਿ ਰਹੀ ਹੈ ਕਿ ਕਦੇ ਤੂੰ ਮੇਰੇ ਨਾਲ ਪ੍ਰੇਮ ਭਾਵ ਦੀ, ਕੋਈ ਪ੍ਰੇਮ ਪੂਰਵਕ ਵਾਰਤਾਲਾਪ ਨਹੀਂ ਜੇ ਕੀਤੀ, ਕੋਈ ਕਦੇ ਪ੍ਰੇਮ ਦੀ, ਕੋਈ ਪਿਆਰ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਹੱਸ ਕੇ ਤੂੰ ਮੇਰੇ ਨਾਲ, ਅਤੇ ਕਦੇ ਵੀ ਤੂੰ ਮੇਰੀ ਜਿਹੜੀ ਕਾਮਕਤਾ ਦੀ ਪੂਰਤੀ ਹੈ ਉਹਨੂੰ ਢੰਗ ਨਾਲ ਪੂਰਿਆ ਹੀ ਨਹੀਂ ਕੀਤਾ। ਇੱਥੇ ਉਹਦਾ ਜਿਹੜਾ ਇਸ਼ਾਰਾ ਹੈਗਾ ਨਾ, ਇੱਥੇ ਜਿੱਥੇ ਉਹ ਇਸ਼ਾਰਾ ਕਰਦਾ ਕਦੇ ਨਾ ਪਿਆ ਹੁੜੀ ਕਰਕੇ, ਇਹ ਜਿਹੜਾ ਇਸ਼ਾਰਾ ਹੈਗਾ ਉਹਦਾ, ਇਹ ਉਹਦੀ ਕਾਮ ਵਾਸਨਾ ਦੀ ਪੂਰਤੀ ਨਾਲ ਸੰਬੰਧ ਰੱਖਦਾ ਹੈਗਾ। ਕਿਉਂਕਿ ਕਾਮ ਵਾਸਨਾ ਦੀ ਪੂਰਤੀ ਉਸ ਨੂੰ ਇਸ ਪ੍ਰਕਾਰ ਦੀ ਭੋਗ ਵਿਲਾਸ ਦੀ ਪੂਰਤੀ ਚਾਹੀਦੀ ਹੈ ਕਿ ਜਿਸ ਪ੍ਰਕਾਰ ਪਸ਼ੂਆਂ ਦਾ ਭੋਗ ਵਿਲਾਸ ਹੈਗਾ, ਉਹਨਾਂ ਦੇ ਵਿਚਕਾਰ ਕਾਮਕ ਕ੍ਰੀੜਾ ਹੁੰਦੀ ਹੈਗੀ ਹੈ। ਕਿਉਂਕਿ ਹੁੜੀ ਕਰਕੇ ਜਿਹੜੇ ਉਹ ਪਸ਼ੂ ਪੈਂਦੇ ਹੁੰਦੇ ਨੇ, ਪਸ਼ੂਆਂ ਦੇ ਵਿੱਚ ਇਹੋ ਪ੍ਰਵਿਰਤੀ ਹੁੰਦੀ ਹੈ, ਮਕਰ ਧਵਜ ਦੀ ਪ੍ਰਵਿਰਤੀ ਹੈਗੀ ਜਿਹੜੀ ਉਹ ਪਸ਼ੂਆਂ ਵਿੱਚ ਪਾਈ ਜਾਂਦੀ ਹੈ। ਤਾਂ ਉੱਥੇ ਉਸ ਨੂੰ ਕੋਰਲੇਟ ਕਰ ਰਹੀ ਹੈ, ਉਹਦੇ ਵਿੱਚ ਇੰਨੀ ਕੁ ਕਾਮਕਤਾ ਦੀ ਵੇਦ ਜਿਹੜਾ ਹੈਗਾ ਭਾਵਨਾ ਹੋਵੇ, ਇੰਨਾ ਕੁ ਮਕਰ ਧਵਜ ਦਾ ਪ੍ਰਵੇਗ ਹੋਵੇ, ਉਹਦੇ 'ਚ ਇੰਨਾ ਕੁ ਕਾਮ ਦਾ ਬਲ ਹੋਵੇ ਕਿ ਜਿਸ ਪ੍ਰਕਾਰ ਸ਼ਾਸਤਰਕਾਰ ਵਾਤਸੇਨ ਕਹਿੰਦਾ ਕਿ ਉਹਦੇ ਵਿੱਚ ਹਾਥੀ ਵਰਗਾ ਬਲ ਹੋਣਾ ਚਾਹੀਦਾ ਹੈਗਾ, ਤਾਂ ਫਿਰ ਜਿਹੜਾ ਹੈਗਾ ਉਹਦੀ ਪੂਰਤੀ ਹੋਊਗੀ ਕਾਮ ਦੀ। ਤਾਂ ਜੇਕਰ ਇਹ ਨਹੀਂ ਹੁੰਦਾ ਤੇ ਇਹਦੇ ਨਾਲੋਂ ਤਾਂ ਫਿਰ ਤੈਨੂੰ ਕੁੜੀ ਕਰਕੇ ਇਦੋਂ ਤਾਂ ਦੱਬ ਹੀ ਦਿੱਤਾ ਜਾਂਦਾ। ਕਿਉਂਕਿ ਉਸ ਵੇਲੇ ਦੇ ਪੁਰਾਤਨ ਸਮਾਜ ਦੇ ਵਿੱਚ ਜਦੋਂ ਕੁੜੀ ਹੁੰਦੀ ਸੀ ਕਿਸੇ ਦੇ ਪੁਰਾਣੇ ਸਮਿਆਂ ਦੇ ਵਿੱਚ, ਤੇ ਉਹਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀਗਾ। ਤਾਂ ਫਿਰ ਨਾਇਕਾ ਇੱਥੇ ਇਹ ਗੱਲ ਕਹਿ ਰਹੀ ਹੈ ਕਿ ਤੈਨੂੰ ਜਿਹੜਾ ਹੈਗਾ ਇਦੋਂ ਤਾਂ ਮਾਰ ਹੀ ਦਿੰਦੇ ਜਦੋਂ ਤੂੰ ਪੁਰਸ਼ਾਂ ਵਾਲਾ, ਤੇਰੇ 'ਚ ਪੁਰਸ਼ਤਵ ਹੀ ਨਹੀਂ ਹੈਗਾ। ਤਾਂ ਇਸ ਚੀਜ਼ ਨੂੰ ਇੱਥੇ ਉਹਨੇ ਐਕਸਪਲੇਨ ਕੀਤਾ ਹੈਗਾ। ਤਾਂ ਇਹ ਨੇ ਇਹਦੇ ਅਰਥ, ਇਹਦੇ ਮਾਇਨੇ। ਤਾਂ ਅਰਥ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਕਹਿ ਲਓ ਕਿ ਗੂੜ ਪ੍ਰਪੰਚ ਹੈ। ਅਰਥਾਂ ਦੇ ਨਾਲ ਹੀ ਸਾਰੀ ਭਾਸ਼ਾ ਦੀ ਬਣਤਰ ਦਾ ਸੰਬੰਧ ਹੀ ਅਰਥ ਦੇ ਨਾਲ ਹੈ। ਜੇਕਰ ਅਰਥ ਦਾ, ਸ਼ਬਦ ਦਾ, ਵਾਕ ਦਾ ਕੋਈ ਵੀ ਉੱਥੇ ਰੈਲੀਵੈਂਟ ਨਹੀਂ ਹੈਗਾ ਵਾ, ਰੈਲੀਵੈਂਸੀ ਨਹੀਂ ਹੈਗੀ ਜੇਕਰ ਉਹਦਾ ਕੋਈ ਅਰਥ ਨਹੀਂ ਹੈਗਾ। ਤਾਂ ਜੇਕਰ ਅਰਥ ਹੈਗਾ ਤੇ ਤਾਂ ਹੀ ਸਮਾਜ ਦੇ ਵਿੱਚ ਉਹਦੀ ਸਾਰਥਿਕਤਾ ਹੈਗੀ। ਅਰਥਾਂ ਨੂੰ ਹੀ ਤੁਸੀਂ ਗ੍ਰਹਿਣ ਕਰਦੇ ਹੋ। ਇੱਕ ਇੱਧਰੋਂ ਵਕਤਾ ਬੋਲ ਰਿਹਾ ਹੈ, ਤੁਸੀਂ ਸਰੋਤੇ ਦੇ ਰੂਪ 'ਚ ਸੁਣ ਰਹੇ ਹੋ, ਔਰ ਤੁਹਾਡੇ ਵਿਚਕਾਰ ਸੰਚਾਰ ਹੁੰਦਾ ਭਾਸ਼ਾ ਦਾ। ਤਾਂ ਭਾਸ਼ਾ ਦਾ ਜਦੋਂ ਸੰਚਾਰ ਹੁੰਦਾ ਹੈ ਔਰ ਉਹਦੇ ਤੁਸੀਂ ਅਰਥਾਂ ਨੂੰ ਗ੍ਰਹਿਣ ਕਰ ਲੈਂਦੇ ਹੋ। ਸਸਿਊਰ ਨੇ ਭਾਸ਼ਾ ਨੂੰ ਮੂਲ ਰੂਪ 'ਚ ਚਿੰਨ੍ਹਾਂ ਦਾ ਸਿਸਟਮ ਕਿਹਾ ਹੈਗਾ। ਜਿਹੜੇ ਅੱਜ ਦੇ ਆਧੁਨਿਕ ਭਾਸ਼ਾ ਵਿਗਿਆਨੀ ਸੰਰਚਨਾਵਾਦੀ ਨੇ, ਫਰਦੀਨਾਂਦ ਸਸਿਊਰ, ਉਹਨਾਂ ਦੀ ਕਿਤਾਬ ਦਾ ਨਾਮ ਹੈ ਏ ਜਨਰਲ ਲਿੰਗੁਇਸਟਿਕਸ। ਉਹਦੇ ਵਿੱਚ ਉਹ ਕਹਿੰਦੇ ਨੇ, ਜਨੇਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਭਾਸ਼ਾ ਚਿੰਨ੍ਹਾਂ ਦਾ ਸਿਸਟਮ ਹੈ। ਉਹ ਚਿੰਨ੍ਹ ਕੀ ਨੇ? ਉਹ ਚਿੰਨ੍ਹ ਅਰਥ ਦਾ ਸੰਚਾਰ ਕਰਦੇ ਨੇ। ਜੋ ਸਾਡੇ ਤੱਕ ਅਰਥ ਆਉਂਦਾ ਹੈਗਾ, ਅਸੀਂ ਉਹ ਪ੍ਰਾਪਤ ਕਰਦੇ ਹਾਂ, ਉਹ ਚਿੰਨ੍ਹਾਂ ਰਾਹੀਂ ਹੀ ਹੁੰਦਾ ਹੈਗਾ। ਔਰ ਦੂਜੀ ਗੱਲ ਹੋਰ ਕਿ ਉਹ ਸੰਬੰਧਿਤ ਭਾਸ਼ਾ ਜਿਹੜੀ ਹੈਗੀ ਆ, ਉਹਦੇ ਚਿੰਨ੍ਹਾਂ ਨੂੰ ਹੀ ਤੁਸੀਂ ਗ੍ਰਹਿਣ ਕਰ ਪਾਉਂਦੇ ਹੋ, ਅਦਰਵਾਈਜ਼ ਦੂਜੀ ਭਾਸ਼ਾ ਦੇ ਚਿੰਨ੍ਹਾਂ ਨੂੰ ਤੁਸੀਂ ਗ੍ਰਹਿਣ ਨਹੀਂ ਕਰ ਸਕਦੇ। ਤਾਂ ਉਸੇ ਦਾ ਹੀ ਅਰਥ ਸੰਚਾਰ ਹੁੰਦਾ ਜੋ ਤੁਹਾਡੇ ਸਮਝਣ ਗੋਚਰੀ ਭਾਸ਼ਾ ਹੈ, ਤੁਹਾਡੇ ਸਮਾਜ ਦੀ ਭਾਸ਼ਾ ਹੈਗੀ। ਤਾਂ ਉਹਨਾਂ ਨੂੰ ਹੀ ਤੁਸੀਂ ਸਵੀਕ੍ਰਿਤੀ ਦਿੰਦੇ ਹੋ। ਤਾਂ ਇਸ ਪ੍ਰਕਾਰ ਅਰਥ ਜਿਹੜੇ ਹੈਗੇ ਨੇ, ਉਹ ਅਰਥਾਂ ਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਵ ਹੈਗਾ। ਤਾਂ
ਸਭ ਤੋਂ ਵੱਡੀ ਗੱਲ ਇਹ ਹੈ, ਭਾਵੇਂ ਅਸੀਂ ਮੱਧਕਾਲੀ ਸਾਹਿਤ ਪੁਰਾਤਨ ਸਾਹਿਤ ਦੀ ਗੱਲ ਕਰ ਲਈਏ, ਜੇਕਰ ਅਸੀਂ ਪੁਰਾਤਨ ਸਾਹਿਤ ਦੀ ਗੱਲ ਕਰੀਏ ਉਹਦੇ ਵਿੱਚ ਕੀ ਹੈਗਾ ਕਿ ਵੇਦ ਨੇ, ਵੇਦ ਹੈਗੇ ਨੇ, ਫਿਰ ਉਸ ਤੋਂ ਬਾਅਦ ਦੇ ਵਿੱਚ ਮੱਧਕਾਲੀ ਸਾਹਿਤ ਆ ਜਾਂਦਾ, ਗੁਰਬਾਣੀ ਹੈ, ਫਿਰ ਕਿੱਸਾ ਕਾਵ ਹੈਗਾ। ਇਹ ਮੈਂ ਤਿੰਨ ਤਾਂ ਕਰਕੇ ਲਏ ਨੇ ਕਿਉਂਕਿ ਇਹਦੇ ਵਿੱਚ ਜਿਹੜੇ ਹੈਗੇ ਨੇ ਸੰਸਕ੍ਰਿਤ ਦੇ ਵਰਡ ਨੇ, ਇਹਦੇ ਚ ਰਲਵੇਂ ਮਿਲਵੇਂ ਨੇ, ਇਹਦੇ ਚ ਉਰਦੂ ਫਾਰਸੀ ਦੇ ਵਰਡ ਪਾਏ ਜਾਂਦੇ ਨੇ। ਹੁਣ ਵੇਦਾਂ ਨੂੰ ਮੂਲ ਰੂਪ ਦੇ ਵਿੱਚ ਪੜ੍ਹ ਤਾਂ ਲਿਆ ਜਾਂਦਾ ਹੈ, ਗੁਰਬਾਣੀ ਨੂੰ ਅਸੀਂ ਹਰ ਰੋਜ਼ ਪੜ੍ਹਦੇ ਹੈਗੇ ਆ, ਸਵੇਰ ਵੇਲੇ, ਸ਼ਾਮ ਵੇਲੇ, ਦੁਪਹਿਰ ਵੇਲੇ, ਜਦੋਂ ਸਮਾਂ ਮਿਲੇ ਗੁਰਬਾਣੀ ਦਾ ਅਧਿਐਨ ਹੁੰਦਾ, ਪਰ ਉਹਦੇ ਮਾਇਨਿਆਂ ਦਾ ਪਤਾ ਨਹੀਂ ਜੇ ਹੁੰਦਾ। ਮੂਲ ਰੂਪ ਦੇ ਵਿੱਚ ਸਾਡੀ ਪਹੁੰਚ ਕਿੱਥੋਂ ਤੱਕ ਹੁੰਦੀ ਹੈਗੀ ਆ ਕਿ ਉਹਦੇ ਅਰਥ ਨੂੰ ਪ੍ਰਾਪਤ ਕਰਨ ਦੀ, ਉਹਦੇ ਅਰਥਾਂ ਤੱਕ ਸਾਡੀ ਰਸਾਈ ਹੋਵੇ। ਜੇਕਰ ਅਰਥਾਂ ਤੱਕ ਅਸੀਂ ਉਹਦੀ ਰਸਾਈ ਕਰਾਂਗੇ ਤੇ ਫਿਰ ਹੀ ਉਹਦੇ ਵਿਚਲੇ ਭਾਵ ਨੂੰ, ਉਹਦੇ ਵਿੱਚ ਵਿਅਕਤ ਜਿਹੜੀ ਗੱਲ ਕਥ ਹੈਗੀ ਆ, ਉਹਨੂੰ ਅਸੀਂ ਫੜ ਸਕਦੇ ਹਾਂ, ਉਹਨੂੰ ਉਹਦੇ ਤੱਕ ਅਸੀਂ ਪਹੁੰਚ ਸਕਦੇ ਹਾਂ। ਅਦਰਵਾਈਜ਼ ਉਹਦੇ ਜਦੋਂ ਤੱਕ ਸਾਨੂੰ ਅਰਥ ਦਾ ਨਹੀਂ ਪਤਾ ਹੈਗਾ, ਉਦੋਂ ਤੱਕ ਤੇ ਉਹ ਕਰਮ ਕਾਂਡ ਹੈਗਾ, ਉਹ ਇੱਕ ਪ੍ਰਪੰਚ ਰਹਿ ਜਾਂਦਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਹੈ, ਭਾਵੇਂ ਵਿਦਾਂਤ ਹੈ, ਗੁਰਬਾਣੀ ਹੈ, ਜਾਂ ਸੂਫੀਜ਼ਮ ਹੈ, ਜਾਂ ਕੁਝ ਵੀ ਹੈਗਾ, ਤੋ ਜਾਂ ਤੁਸੀਂ ਕੁਰਾਨ ਦੀ ਤਲਾਵਤ ਲੈ ਲਓ, ਜਿੰਨਾ ਚਿਰ ਸਾਨੂੰ ਮਾਇਨੇ ਦਾ ਪਤਾ ਨਹੀਂ ਹੈਗਾ, ਉਹਦੇ ਦਾ ਅਰਥ ਦਾ ਪਤਾ ਨਹੀਂ, ਉਹਨਾਂ ਚਿਰ ਸਾਨੂੰ ਉਹਦੇ ਵਿੱਚ ਸੰਬੰਧਿਤ, ਉਹਦੇ ਵਿੱਚ ਆਈਡੀਓਲੋਜੀ ਕੀ ਹੈਗੀ ਆ, ਉਹਦੇ ਵਿੱਚ ਵਿਚਾਰਧਾਰਾ ਕੀ ਹੈਗੀ ਆ, ਉਹਦੇ ਵਿੱਚ ਪ੍ਰਸਤੁਤ ਵਿਸ਼ੇ ਕਿਹੜੇ ਕਿਹੜੇ ਨੇ, ਉਹਦੇ ਵਿੱਚ ਸੰਕਲਪ ਕਿਹੜੇ ਕਿਹੜੇ ਨੇ, ਉਹਨਾਂ ਦਾ ਸਾਨੂੰ ਉਹਨਾਂ ਚਿਰ ਕੋਈ ਸਮਗਰ ਜਿਹੜਾ ਗਿਆਨ ਹੈਗਾ ਉਹ ਪ੍ਰਾਪਤ ਨਹੀਂ ਹੋ ਪਾਊਗਾ। ਸੋ ਇਹ ਸਾਡਾ ਅਰਥ ਹੈਗਾ ਵਾ। ਤੋ ਅਰਥ ਕਈ ਵਾਰ ਕੀ ਹੁੰਦਾ ਹੈ ਕਿ ਅਰਥ ਨੂੰ ਅਲੱਗ-ਅਲੱਗ ਜਿਹੜਾ ਪਹਿਲੂਆਂ ਤੋਂ ਦੇਖਿਆ ਜਾਂਦਾ, ਅਰਥ ਦੀਆਂ ਦਿਸ਼ਾਵਾਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਨੇ। ਸਮਾਜ ਦੇ ਵਿੱਚ ਜਦੋਂ ਕਿਸੇ ਸ਼ਬਦ ਦੇ ਅਰਥ ਹੁੰਦੇ ਨੇ, ਉਹ ਵੱਖ-ਵੱਖ ਦਿਸ਼ਾਵਾਂ ਦੇ ਵਿੱਚ, ਵੱਖ-ਵੱਖ ਜਿਹੜੇ ਐਂਗਲ ਤੋਂ, ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਉਹਨਾਂ ਨੂੰ ਵਰਤਿਆ ਜਾਂਦਾ, ਔਰ ਵੱਖ-ਵੱਖ ਦਿਸ਼ਾਵਾਂ ਤੋਂ ਉਹ ਕੰਮ ਕਰਦੇ ਨੇ। ਉਦਾਹਰਨ ਵਜੋਂ ਜਿਵੇਂ ਹੁਣ ਆਪਾਂ ਕਹਿ ਦਈਏ ਕਿ ਅਸੀਂ ਸਰਵ ਪ੍ਰਥਮ ਗੱਲ ਕਰਾਂਗੇ ਅਰਥ ਵਿਸਥਾਰ ਦੀ। ਅਰਥ ਵਿਸਥਾਰ ਕਈ ਵਾਰ ਕੀ ਹੁੰਦਾ ਹੈਗਾ ਕਿ ਭਾਸ਼ਾ ਦੇ ਅਰਥਾਂ ਦਾ ਵਿਸਥਾਰ ਹੋ ਜਾਂਦਾ ਹੈ। ਵਿਸਥਾਰ ਤੋਂ ਭਾਵ ਹੈਗਾ ਕਿ ਉਹ ਅਰਥ ਸੰਬੰਧਿਤ ਇੱਕ ਚੀਜ਼ ਵਾਸਤੇ ਨਹੀਂ ਵਰਤੇ ਜਾਂਦੇ, ਉਹ ਬਹੁਤੀਆਂ ਚੀਜ਼ਾਂ ਵਾਸਤੇ ਵਰਤੇ ਜਾਂਦੇ ਨੇ, ਬਹੁਤੀਆਂ ਵਿਧਾਵਾਂ ਵਾਸਤੇ ਵਰਤੇ ਜਾਂਦੇ ਨੇ। ਬਹੁਤੇ ਸ਼ਬਦਾਂ ਦੇ ਵਿੱਚ ਉਹਨਾਂ ਦਾ ਮਾਇਨਾ ਜਿਹੜਾ ਹੈਗਾ, ਬਹੁਤੀਆਂ ਵਸਤੂਆਂ ਦੇ ਸ਼ਬਦਾਂ ਦੇ ਵਿੱਚ ਉਹਨਾਂ ਦਾ ਮਾਇਨਾ, ਸੰਕਲਪ ਹੈਗਾ ਜਿਹੜਾ ਉਹ ਸਪਸ਼ਟ ਹੁੰਦਾ ਹੈਗਾ। ਉਹਨਾਂ ਦਾ ਇੰਨਾ ਵਿਸਥਾਰ ਹੋ ਜਾਂਦਾ ਹੈ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਵਿਆਕਰਨ ਦੀ ਪਰਖ ਤੇ, ਜਾਂ ਫਿਰ ਇਹ ਅਰਥ ਦੀ ਪਰਖ ਦੇ ਉੱਪਰ, ਜਾਂ ਇਹਦੀ ਜਿਹੜੀ ਐਟਮੋਲੋਜੀ ਹੈਗੀ ਹੈ, ਇਹਦੀ ਜਿਹੜੀ ਕਹਿ ਲਓ ਤੁਸੀਂ ਪਿੱਛੋਂ ਸ਼ਬਦ ਦੀ ਬਣਤਰ, ਇਹਦੀ ਬਣਤਰ ਹੈਗੀ, ਉਹਦੇ ਪਰਖ ਦੇ ਉੱਪਰ ਵੀ ਕੀ ਇਹਦਾ ਜਿਹੜਾ ਹੈਗਾ, ਇਹਦੀ ਉਤਪਤੀ ਦੇ ਪਰਖ ਦੇ ਉੱਪਰ ਵੀ ਜਿਹੜਾ ਇਹ ਸਹੀ ਹੈ ਜਾਂ ਨਹੀਂ ਹੈ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਜੀ ਹੁਣ ਸਬਜ਼ੀ, ਸਬਜ਼ੀ, ਹੁਣ ਸਬਜ਼ੀ ਅਸੀਂ ਕਹਿਤਾ, ਤਾਂ ਕਈ ਪਿੰਡਾਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿ ਹਰੀਆਂ ਸਬਜ਼ੀਆਂ ਖਾਓ, ਪੜ੍ਹੇ ਲਿਖੇ ਲੋਕ। ਸਬਜ਼ੀ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਹਦਾ ਅਰਥ ਹੁੰਦਾ ਹੈ ਹਰਾ। ਸਬਜ਼ੀ ਜੋ ਹੈ ਹਰਾ, ਜੋ ਹਰਾ ਉਹ ਸਬਜ਼ ਹੈ। ਹਰੇ ਨੂੰ ਅਰਬੀ ਦੇ ਵਿੱਚ ਸਬਜ਼ ਆਖਿਆ ਜਾਂਦਾ, ਸਬਜ਼, ਹਰਾ। तो सब्जी का अर्थ है हरी। तो साडे दा की विस्तार हो गया है कि अज जो हरी है वही सब्जी है। ते अज इहदा विस्तार इस कदर होया है कि जिहड़ी हुण हैगी है जी आलू दी सब्जी, छोलियां दी सब्जी, कई छोलियां दी दाल नूं वैसे सब्जी बोल दिंदे ने, छोलियां दी सब्जी। तो सब्जी का जिहड़ा हैगा इन्ना विस्तार उहदा हो गया, वो सारे वास्ते ही सब्जी बन गया, जिस कासे दी मर्जी है वो सब्जी। हालांकि तरकारी सब्जी का जिहड़ा पर्याय शब्द हैगा वा वो तरकारी है, तरकारी, तरकारी जो तरकारी है, जां तुसीं भाजी भी कह दिंदे ने कई बंदे, भाजी, तरकारी, भाजी। पर सब्जी साडे विस्तार इस कदर हो गया है कि सारियां ही सब्जियां ने। कई तो मांस मच्छी नूं भी सब्जी धर कहंदे ने। पिंडां 'च अक्सर दूजी आम गल चलदी हैगी है
कि असी जी अज दूजी सब्जी बनाई है, तो वो पाठक जन ਜਾਂ ਸਰੋਤਾ ਜਾਂ ਉਹ ਸੁਹਿਰਦ ਸਮਝ ਲੈਂਦਾ कि ਇੱਥੇ ਮੀਟ ਦੀ ਗੱਲ ਕਰ ਰਿਹਾ, ਮੀਟ ਵਾਸਤੇ ਵੀ ਸਬਜ਼ੀ ਬਣ ਗਿਆ, ਸ਼ਬਦ ਬਣ ਗਿਆ। जो मटन है, मांस है, मच्छी है, चिकन है, गोश्त है, ਉਹਦੇ ਵਾਸਤੇ भी सब्जी, एडा ਵੱਡਾ अर्थ बन गया ਉਹਦਾ। तो ਇੱਥੇ ਕੀ ਹੈਗਾ, ਇਹਦਾ अर्थ ਦਾ ਵਿਸਥਾਰ ਹੋ ਗਿਆ। ਉਵੇਂ ਹੀ ਸਿਆਹੀ ਹੈ, ਹੁਣ ਸਿਆਹੀ, ਸਿਆਹੀ, ਹੁਣ ਸਿਆਹੀ ਜਿਹੜਾ ਹੈਗਾ ਉਹ ਅਰਬੀ ਭਾਸ਼ਾ ਦਾ ਲਫ਼ਜ਼ ਹੈ। ਅਰਬੀ ਦੇ ਵਿੱਚ ਜਿਹੜਾ ਕਾਲਾ ਹੈਗਾ ਉਹਨੂੰ ਸਿਆਹ ਕਿਹਾ ਜਾਂਦਾ ਹੈ। ਬੋਲਣ ਵੇਲੇ ਕਈ ਵਾਰ ਆਮ ਮੁਹਾਵਰੇ ਦੇ ਵਿੱਚ ਅਸੀਂ ਬੋਲਦੇ ਹੈਗੇ ਆ ਕਿ ਫਲਾਣੇ ਦੇ ਵਾਲ ਕਾਲੇ ਸ਼ਾਹ। ਹੁਣ ਕਾਲਾ ਤਾਂ ਕਹਿਤਾ, ਬਲੈਕ ਨਾਲ ਹੀ ਤੁਸੀਂ ਉਹਦੀ ਦੋਹਰਕਤੀ ਫੇਰ ਕਰਤੀ ਕਿ ਸ਼ਾਹ, ਕਾਲੇ ਸ਼ਾਹ। ਹੁਣ ਸ਼ਾਹ ਵੀ ਕਾਲਾ ਹੈ ਤੇ ਕਾਲਾ ਵੀ ਕਾਲਾ ਹੈ, ਯਾਨੀ ਬਲੈਕ। ਹੁਣ ਸ਼ਾਹੀ ਦਾ ਅਰਥ ਹੈ ਜਸਟ ਕਾਲੀ। ਜਿਹੜੀ ਆ ਮੇਰੇ ਪੈਨ ਦੀ ਸ਼ਾਹੀ ਇਹਦੇ ਤੇ ਚੱਲ ਰਹੀ ਹੈ, ਇਹ ਸ਼ਾਹੀ ਹੈ। ਜੋ ਕਾਲੀ ਹੈ, ਜਸਟ ਜੋ ਕਾਲੀ ਹੈ ਉਹ ਸ਼ਾਹੀ ਹੈ। ਪਰ ਅਸੀਂ ਕੀ ਕਰ ਲਿਆ ਹੈਗਾ, ਅਸੀਂ ਇੰਨਾ ਵਿਸਥਾਰ ਇਹਦਾ ਕਰਤਾ, ਇੰਨੇ ਪੱਧਰ ਤੇ ਜਿਹੜਾ ਵਿਸਥਾਰ ਹੋ ਗਿਆ ਹੈ। ਅੱਜ ਪੈਨਾਂ ਦੇ ਵਿੱਚ ਜਾਂ ਕਲਮਾਂ ਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਇੰਕ ਹੈਗੀ ਹੈ ਅੰਗਰੇਜ਼ੀ ਦਾ, ਇਹ ਇੰਕ ਦੇ ਸਮਾਨ ਅਰਥਕ, ਅੰਗਰੇਜ਼ੀ ਦੇ ਇੰਕ ਦੇ ਸਮਾਨ ਅਰਥਕ ਇਹਨੂੰ ਵਰਤਿਆ ਜਾਣ ਲੱਗ ਪਿਆ। ਤੋਂ ਅੱਜ ਜਿਹੜੀ ਪੈਨਾਂ ਦੇ ਵਿੱਚ ਵਰਤੀ ਜਾਣ ਵਾਲੀ ਹੈਗੀ ਹੈ ਉਹ ਹਰੀ ਵੀ ਸ਼ਾਹੀ ਹੈ, ਨੀਲੀ ਵੀ ਸ਼ਾਹੀ ਹੈ, ਲਾਲ ਵੀ ਸ਼ਾਹੀ ਹੈ। तो सारियां ही शाहियां ने, नीली है, हरी है, लाल है, वो सारियां ही शाहियां ने। तो शाही कल्ली हुंदी सी काली, पर इंक जिहड़ी हैगी आ ओहदी टर्म वक्री है इहदे नालों। अंग्रेजी दा इंक इहदा समान अर्थक नहीं हैगा। तो स्याही दा अर्थ है जो काली है। तो असी जिहड़ियां सारियां जदों इंक दी टर्म लै लई ते असी सारियां ही शाहियां बनातियां जी, काली शाही, नीली शाही, हरी शाही, तो शाही बन गया। इवें ही तेल नाल होया। ਹੁਣ ਕੀ ਹੈਗਾ ਕਿ ਤੇਲ ਹੈ, ਤੇਲ, ਤੇਲ ਦੀ ਉਤਪਤੀ ਕਿੱਥੋਂ ਹੋਈ ਹੈਗੀ ਆ? ਮੂਲ ਧਾਤੂ ਤਿਲ ਤੋਂ ਤੇਲ ਬਣ ਗਿਆ। ਜੋ तिलां दा रस है, जो तिल ने जिहड़े, जो तिलां दा रस है वो तेल है, केवल तेल। जिहड़ा तिल की हो गया, तिल तो तेल बन गया। तिल चों निकलण वाला पदार्थ जिहड़ा वो तेल है। पर अर्थ अज दे पद्धर की गल करिए तो अर्थ इन्ना विस्तार हो गया कि अज ते सारे तेल बन गए ने। ਅਸੀਂ ਇਸ ਨੂੰ ਅੰਗਰੇਜ਼ੀ ਦੇ ਆਇਲ ਦਾ ਸਮਾਨਾਰਥਕ ਬਣਾ ਲਿਆ ਹੈ। ਜੋ ਆਇਲ ਹੈ ਉਹ ਤੇਲ ਹੈ। ਤਾਂ ਆਇਲ ਤੇ ਤੇਲ ਦੀਆਂ ਟਰਮਾਂ ਵੱਖਰੀਆਂ ਨੇ। ਆਇਲ ਵੱਖਰੀ ਚੀਜ਼ ਹੈ, ਤੇਲ ਵੱਖਰੀ ਚੀਜ਼ ਹੈ। ਤਾਂ ਉੱਥੇ ਕੀ ਹੋ ਗਿਆ ਕਿ ਹੁਣ ਜੀ ਜਿਹੜਾ ਹੈਗਾ ਸਰੋਂ ਦਾ ਤੇਲ, ਤਾਰੇ ਮੀਰੇ ਦਾ ਤੇਲ, ਬਦਾਮਾਂ ਦਾ ਤੇਲ, ਫਿਰ ਉਦੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਮੂੰਗਫਲੀ ਦਾ ਤੇਲ, ਮਿੱਟੀ ਦਾ ਤੇਲ, ਡੀਜ਼ਲ ਤੇ ਪੈਟਰੋਲ ਵਾਸਤੇ ਵੀ ਪੈਟਰੋਲ ਤੇ ਮੁਗਲੈਲ, ਮੁਗਲੈਲ ਵਾਸਤੇ ਵੀ ਜਿਹੜੀ ਟਰਮ ਹੈਗੀ ਆ ਉਹ ਤੇਲ ਦੀ ਹੀ ਸਮੂਹਿਕ ਰੂਪ ਦੇ ਵਿੱਚ ਵਰਤੀ ਜਾਂਦੀ ਹੈ। ਹੁਣ ਤੁਸੀਂ ਹਿਸਾਬ ਲਾ ਲਓ, ਐਡਾ ਵੱਡਾ ਅਰਥ ਵਿਸਥਾਰ ਹੋ ਗਿਆ, ਸਾਰੀਆਂ ਚੀਜ਼ਾਂ ਨੂੰ ਹੀ ਤੇਲ ਬਣ ਗਿਆ। ਇਹਨੂੰ ਕਹਿੰਦੇ ਨੇ ਭਾਸ਼ਾ ਦੇ ਵਿੱਚ ਅਰਥ ਦਾ ਵਿਸਥਾਰ ਹੋ ਜਾਣਾ। ਇੱਕ ਛੋਟਾ ਜਿਹਾ ਅਰਥ ਹੈ ਔਰ ਉਹਦਾ ਐਡਾ ਵੱਡਾ ਵਿਸਥਾਰ ਹੋ ਗਿਆ ਹੈ ਕਿ ਉਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਉਹ ਤੇਲ ਬਣ ਗਈਆਂ। ਇਹਨੂੰ ਕਹਿੰਦੇ ਨੇ ਅਰਥ ਵਿਸਥਾਰ। ਇਹ ਪਹਿਲੀ ਜਿਹੜੀ ਟਰਮ ਹੈਗੀ ਆ। ਉਦੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਵਾ ਉਹ ਕੀ ਹੈ,
ਸੈਕੰਡ ਕੀ ਹੈ? ਅਰਥ ਸੰਕੋਚ। ਅਰਥ ਸੰਕੋਚ ਜਿਹੜਾ ਹੈਗਾ ਵਾ, ਇਹਦੇ ਵਿੱਚ ਕੀ ਹੁੰਦਾ? ਅਰਥ ਜਿੱਥੇ ਅਰਥ ਬਹੁਤ ਜ਼ਿਆਦਾ ਮਾਤਰਾ 'ਚ ਵੱਡਾ ਹੁੰਦਾ, ਅਰਥ ਦਾ ਕਲੇਵਰ ਹੁੰਦਾ ਹੈਗਾ ਜਾਂ ਅਰਥ ਦਾ ਘੇਰਾ ਹੁੰਦਾ ਹੈ, ਉਹ ਛੋਟਾ ਜਿਹਾ ਰਹਿ ਜਾਂਦਾ ਹੈ, ਉਹ ਘੁੱਟਿਆ ਜਾਂਦਾ ਹੈ। ਇਹਦੇ ਵਿੱਚ ਕੀ ਹੈਗਾ ਹੈ ਕਿ ਜਿਵੇਂ ਅਸੀਂ ਵਰਤਦੇ ਹੈਗੇ ਆ, ਤੁਸੀਂ ਆਮ ਸੁਣਿਆ ਹੋਣਾ ਹੈ ਕਿ ਆਪਣਾ ਬਾਣੀ ਦੇ ਵਿੱਚ ਸੁਣਿਆ ਹੈਗਾ ਹੈ ਕਿ ਕਈ ਕੋਟ ਭੂਤ ਯਖ ਕਿੰਨਰ ਪਿਸ਼ਾਚ। ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਕਈ ਕੋਟ ਯਖ ਕਿੰਨਰ ਪਿਸ਼ਾਚ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਹੁਣ ਮਿਰਗਾਚ ਕੀ ਹੈਗਾ ਵਾ? ਜਿਹੜਾ ਹੈਗਾ ਮਿਰਗਾਚ, ਮਿਰਗਾਚ ਇਹਦਾ ਸ਼ਬਦਿਕ ਅਰਥ ਹੈ ਮਾਸ ਖਾਣ ਵਾਲਾ, ਖਾਣ ਵਾਲਾ मिर्गाच। तो मिर्गाच जो मांस खाने वाला है, की हो गया? जो मांस नूं खाण वाला है मिर्गाच है, और सारे ही जिहड़े मांस खाण वाले ने, बिल्ली, कुत्ता, चीता, भेड़िया, शेर, ये सारे मिर्गाच ने। इत्थे दो इस अर्थ दे विच ना मैं कई बार देखदा हुंदा, इत्थे दो टर्मां निकल जांदियां ने। अर्थ संकोच भी हो जाता इन्हां दा ते अर्थ आदेश भी हुंदा है। इत्थों 3 नंबर वाली टर्म भी इत्थों ही काम करदी है, अर्थ आदेश भी हुंदा हैगा इन्हां दा। इस ਇਹਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਇਹਦਾ ਅਰਥ ਆਦੇਸ਼ ਵੀ ਹੋ ਜਾਂਦਾ ਤੇ ਅਰਥ ਸੰਕੋਚ ਵੀ ਹੋ ਜਾਂਦਾ। ਦੋਨਾਂ ਪੱਧਰਾਂ ਤੇ ਇਸ ਉਦਾਹਰਨ ਦੇ ਵਿੱਚੋਂ ਮੈਂ ਦੇਖਿਆ ਹੈਗਾ ਕਿ ਜਿਵੇਂ ਹੁਣ ਮਿਰਗਾਚ ਹੈ, ਜਦੋਂ ਤਾਂ ਅਸੀਂ ਗੱਲ ਕਰਦੇ ਆ ਇਹਦੇ ਅਰਥ ਸੰਕੋਚ ਦੀ, ਤੇ ਮਿਰਗਾਚ ਇੰਨੇ ਜਾਨਵਰਾਂ ਤੋਂ ਲੈ ਕੇ ਸਿਰਫ ਇੱਕ ਜਾਨਵਰ ਤੱਕ ਮਹਿਦੂਦ ਰਹਿ ਗਿਆ, ਮਿਰਗ ਤੱਕ। ਮਿਰਗ ਜੋ ਹਿਰਨ ਹੈ, ਇੱਥੇ ਇਹਦਾ ਅਰਥ ਸੰਕੋਚ ਹੋ ਗਿਆ। ਸੰਕੋਚ ਭਾਵ ਅਰਥ ਘੁੱਟਿਆ ਗਿਆ। ਬਸ ਇੰਨੇ ਜਾਨਵਰਾਂ ਦੀ ਥਾਂ ਤੇ ਵਰਤਿਆ ਜਾਂਦਾ ਸੀ, ਉੱਥੇ ਇੱਕ ਦੇ ਥਾਂ ਤੇ ਰਹਿ ਗਿਆ, ਅਰਥ ਘੁੱਟਿਆ ਗਿਆ। ਔਰ ਦੂਜੇ ਨੰਬਰ ਦੇ ਉੱਤੇ ਜਦੋਂ ਇਹਦਾ ਅਰਥ ਆਦੇਸ਼ ਵੀ ਹੁੰਦਾ ਇਸ ਸ਼ਬਦ ਦਾ, ਇਹ ਮੈਂ ਜਾਣ ਬੁੱਝ ਕੇ ਜਿਹੜੀ ਸੀਗੀ ਸਪੈਸ਼ਲੀ ਇਹ ਤਾਂ ਉਦਾਹਰਨ ਪੇਸ਼ ਕੀਤੀ ਸੀ ਕਿ ਇੱਕ ਸ਼ਬਦ ਹੀ ਦੋਵਾਂ ਦੇ ਵਿੱਚ ਜਿਹੜਾ ਹੈਗਾ ਉਹ ਫਿੱਟ ਬੈਠਦਾ ਇੱਥੇ ਇਸ ਉਦਾਹਰਨ ਦੇ ਵਿੱਚ। ਔਰ ਜੇਕਰ ਉਹਨੂੰ ਅਰਥ ਆਦੇਸ਼ ਦੀ ਗੱਲ ਕਰੀਏ, ਜਿੱਥੇ ਅਰਥ ਆਦੇਸ਼ ਤੋਂ ਭਾਵ ਹੈ ਜਿੱਥੇ ਅਰਥ ਬਦਲ ਹੀ ਜਾਂਦੇ ਨੇ, ਇੱਕ ਵਸਤੂ ਦੇ ਜਿਹੜੇ ਅਰਥ ਨੇ ਉਹ ਇੱਕਦਮ ਬਦਲ ਜਾਂਦੇ ਨੇ। ਜਿੱਥੇ ਇੱਥੇ ਮਾਸ ਖਾਣ ਵਾਲਾ ਸੀ ਮਿਰਗਾਚ, ਇੱਥੇ ਮਿਰਗ ਹਿਰਨ ਬਣ ਗਿਆ, ਘਾਹ ਖਾਣ ਵਾਲਾ ਬਣ ਗਿਆ, ਸ਼ਾਕਾਹਾਰੀ ਹੋ ਗਿਆ। ਇਸ ਨੂੰ ਅਰਥ ਆਦੇਸ਼ ਆਖਿਆ ਜਾਂਦਾ ਹੈ। ਤਾਂ ਇਸ ਕਰਕੇ ਜਿਹੜੇ ਇਹ ਦੋਨੇ ਜਿਹੜੇ ਹੈਗੇ ਨੇ ਟਰਮਾਂ ਹੈਗੀਆਂ ਨੇ, ਉਹ ਇਹਦੇ ਨਾਲ ਸੰਬੰਧਿਤ ਰੱਖਦੀਆਂ ਹੈਗੀਆਂ ਨੇ। ਤਾਂ ਅਰਥ ਆਦੇਸ਼ ਦੀ ਇੱਕ ਹੋਰ ਵੀ ਤੁਹਾਨੂੰ ਮੈਂ ਦੇ ਸਕਦਾ ਵਾਂ ਉਦਾਹਰਨ, ਜਿੱਥੇ ਅਰਥ ਮੂਲ ਰੂਪ ਦੇ ਵਿੱਚ ਬਦਲ ਹੀ ਜਾਂਦਾ ਹੈ, ਜੋ ਆਪਣੀ ਮੂਲ ਪ੍ਰਕਿਰਤੀ ਨੂੰ ਛੱਡ ਦਿੰਦਾ ਹੈਗਾ ਹੈ ਔਰ ਦੂਸਰੀ ਦੇ ਨਾਲ ਜੁੜ ਜਾਂਦਾ ਹੈ, ਉੱਥੇ ਅਰਥ ਆਦੇਸ਼ ਹੋਣਾ ਜਾਂ ਅਰਥ ਬਦਲਣਾ ਆਖਿਆ ਜਾਂਦਾ ਹੈਗਾ। ਹੁਣ ਵੇਖੋ, ਜਿਵੇਂ ਰਿਗਵੇਦ ਦੀ ਗੱਲ ਕਰੀਏ, ਜਦੋਂ ਅਸੀਂ ਹੁਣ ਰਿਗਵੇਦ ਦੇ ਵਿੱਚ ਜਿਹੜਾ ਸੀਗਾ ਉਹ ਸੁਰ ਸ਼ਬਦ ਕਈ ਥਾਈਂ ਆਉਂਦਾ, ਕਈ ਸਰੂਤੀਆਂ ਦੇ ਵਿੱਚ, ਕਈ ਮੰਡਲਾਂ ਦੇ ਵਿੱਚ ਰਿਗਵੇਦ ਦੇ ਵਿੱਚ ਉਹਨਾਂ ਨੇ ਸੁਰ ਸ਼ਬਦ ਵਰਤਿਆ। ਸੁਰ ਤੋਂ ਸੁਰ ਦਾ ਅਰਥ ਹੈ ਦੈਂਤ। ਰਿਗਵੇਦ ਦੇ ਵਿੱਚ ਦੈਂਤ ਹੈ, ਜੋ ਪਕਸ਼ਾ ਪਕਸ਼ ਖਾਂਦਾ, ਵਿਅਸਨੀ ਹੈ, ਉਹ ਸੁਰ ਹੈ। ਪਰ ਇਹਦਾ ਅਰਥ ਇਸ ਕਦਰ ਆਦੇਸ਼ ਹੋ ਗਿਆ, ਇਸ ਕਦਰ ਬਦਲ ਗਿਆ ਕਿ ਹੁਣ ਸੁਰ ਦੇਵਤਾ ਬਣ ਗਿਆ ਹੈ। ਗੁਰਬਾਣੀ ਦੇ ਵਿੱਚ ਵੀ ਸੁਰ ਜਿਹੜਾ ਦੈਂਤ ਨੂੰ ਹੀ ਆਖਿਆ ਗਿਆ, ਸੁਰ ਨਰ ਜਨ ਮੁਨ ਦੇਵਤੇ। ਤੋ ਸੁਰ ਨਰ ਮੁਨੀ ਜਨ ਦੇਵਤੇ, ਤੋ ਇਹ ਸਾਰੇ ਦੇ ਸਾਰੇ ਸੀਗੇ ਜਿਹੜੇ ਦੈਂਤਾਂ ਦੇ ਉਸ ਵੇਲੇ ਸੰਦਰਭ ਦੇ ਵਿੱਚ ਵਰਤੇ ਜਾਂਦੇ ਸੀ। ਪਰ ਅੱਜ ਜਿਹੜਾ ਹੈਗਾ ਉਹ ਦੇਵਤੇ ਵਾਸਤੇ ਸੁਰ ਵਰਤਿਆ ਜਾਣ ਲੱਗ ਪਿਆ। ਤੋ ਇਹ ਕੀ ਹੈਗਾ ਵਾ ਕਿ
ਭਾਵ ਕੀ ਇੱਥੇ ਹੈਗਾ ਕਿ ਅਰਥ ਕਈ ਵਾਰ ਆਪਣੀ ਭਾਵਨਾ ਦੇ ਨਾਲ ਕੀ ਹੁੰਦਾ ਹੈਗਾ ਕਿ ਸਮਾਜ ਦੇ ਵਿੱਚ ਸਮੇਂ ਦੇ ਨਾਲ ਉਹ ਬਦਲ ਜਾਇਆ ਕਰਦੇ ਨੇ, ਉਹਨੂੰ ਅਰਥ ਆਦੇਸ਼ ਹੋਣਾ ਆਖਿਆ ਜਾਂਦਾ ਹੈਗਾ। ਤੋ ਤੀਸਰਾ ਨੰਬਰ ਜਿਹੜਾ ਹੈਗਾ ਉਹ ਅਰਥ ਅਪਕਰਸ਼ ਹੈਗਾ। ਅਰਥਹੀਣਤਾ, ਅਰਥ ਉੱਚਤਾ। ਹੁਣ ਅਰਥਹੀਣਤਾ ਕੀ ਹੈ? ਅਰਥਹੀਣਤਾ ਜਿਹੜੀ ਹੈਗੀ ਆ ਕਿ ਜਦੋਂ ਅਰਥ ਆਪਣੇ ਮੂਲ ਭਾਵ ਤੋਂ ਟੁੱਟ ਕੇ ਨੀਵੇਂ ਅਰਥਾਂ ਵੱਲ ਚਲਿਆ ਜਾਵੇ। ਕਈ ਸ਼ਬਦ ਐਸੇ ਹੁੰਦੇ ਨੇ ਕਿ ਜਿਹੜਾ ਹੈਗਾ ਉਹਦੇ ਮੂਲ ਭਾਵ ਬਿਲਕੁਲ ਹੀਣੇ ਹੋ ਜਾਂਦੇ ਨੇ, ਉਹਦੇ ਮਾਇਨੇ ਹੀਣੇ ਹੋ ਜਾਂਦੇ ਨੇ। ਜਿਵੇਂ ਅਸੀਂ ਕਹਿੰਦੇ ਆ ਕਿ ਜਿਹੜਾ ਪਿੰਡ ਦਾ ਵਸਨੀਕ ਹੈ, ਹਿੰਦੀ ਵਿੱਚ ਪਿੰਡ ਵਾਸਤੇ ਅਸੀਂ ਸ਼ਬਦ ਵਰਤਦੇ ਆ ਗਾਂ, ਪਿੰਡ ਜਾਂ ਗ੍ਰਾਮ, ਗ੍ਰਾਂ ਜਾਂ ਗਾਉਂ, ਗਾਉਂ। ਹੁਣ ਜੋ ਇਹਨਾਂ ਦਾ ਵਸਨੀਕ ਹੈ ਪਿੰਡ ਦਾ ਜਾਂ ਗਾਉਂ ਦਾ ਵਸਨੀਕ ਹੈ, ਪਿੰਡ ਦਾ ਤਾਂ ਪਿੰਡੂ ਤੇ ਗ੍ਰਾਂ ਜਾਂ ਗਾਉਂ ਦਾ ਵਸਨੀਕ ਉਹਨੂੰ ਕਹਿੰਦੇ ਨੇ ਗੰਵਾਰ। ਗੰਵਾਰ ਜਿਹੜਾ ਪਿੰਡ ਦਾ, ਜੋ ਪਿੰਡ ਵਿੱਚ ਰਹੇ, ਜਿਹੜਾ ਗਾਉਂ ਦਾ ਵਸਨੀਕ ਹੈ, ਗਾਉਂ ਦਾ ਵਸਨੀਕ ਹੈ। ਹੁਣ ਇੱਥੇ ਗੰਵਾਰ ਹੈ, तो जो पिंड का वसनीक है वो गंवार है, गांव का वसनीक गंवार है। तो ये अर्थ मंदी भावना नाल किवें जुड़ गया जाके? हुण इत्थे गंवार उहनूं आख्या जांदा है जो मूर्ख है, मूर्ख है, अनपढ़ है, अनपढ़ है। इत्थे दे अर्थ का की हो गया? अर्थ अपकर्श हो गया जां अर्थहीन हो गया। इत्थे दा गंवार तो जिहड़ा सीगा वो मूर्ख का अर्थ देता। इवें हुण सूरमा है, सूरमा, सूरमा पंजाबी दे विच योधे नूं कहा जांदा है। तो जिहड़ा योधा है वो सूरमा है, बड़ा लड़ाका है, योधा बलवान है, बलशाली, वो सूरमा है। पर की है पंजाबी दे विच जिहड़ा खास करके थोड़ी जी धर्म वाली रंगत की भाषा दे विच सूरमा नेत्रहीन नूं कहिंदे ने। इत्थे दा अर्थ है नेत्रहीन। सूरमा सिंह है जी, तुसीं सुजान सिंह दीयां कहानी पढ़ोगे खून, उहदे विचों लिखदे ने कि मैं वो सूरमे सिंघां नूं पुछिया कि तुसीं कित्थे जाना है। वो ब्लाइंड हुंदे ने, अन्ने हुंदे ने, तो उत्थे वो जिहड़ा कहानीकार है प्रिंसीपल सुजान सिंह जी, उन्हां नूं जिहड़ा सूरमा वरतदे ने उन्हां वास्ते शब्द। कई थाई होर भी बहुत ही जगह ते मैं सुनिया हैगा कि जिहड़ा हैगा नेत्रहीन वास्ते सूरमा सिंह वरतिया जांदा है। तो इत्थे की हैगा है, वो अर्थहीन हो गया, अर्थहीनता वाल चलिया गया, निमन वाल चलिया गया। इवें ही जिहड़ा हैगा जदों हीनता वाल चलिया जांदा है तो मूल भावना नाल वो टुट जांदा हैगा। मूल भावना उहदी जिहड़ी उहदे नाल वो काम नहीं करदी हैगी, उहनूं जिहड़ा हैगा वो टुट जाण नूं जिहड़ा हैगा अर्थहीन आख्या जांदा है। और पंजवीं जिहड़ी इहदी कंडीशन हैगी अर्थ उच्चता। अर्थ जिथे उच्चे हो जाते हैं, कई अर्थ इहो जिहे हुंदे ने जिथे वो उच्चे चले जाते हैं, उच्चे हो जाते हैं। हुण अर्थ की ने उन्हां दी मूल भावना दा जिहड़ी हैगी है वो कह लो तुसीं भी नीवी हुंदी है, पर उस नूं जदों उस कंटैक्सट दे विच वरतिया जांदा वो फिर तां चलिया जांदा, उहदा उत्कर्ष हो जांदा अर्थ दा, वो उच्चता वाल चलिया जांदा है। जिवें असीं कह लईए कि मुग्ध, हुण मुग्ध है, मुग्ध है, तो मुग्ध दा अर्थ है मूर्ख। पर एक अर्थ कित्थे अपने उत्कर्ष वाल किवें चलिया गया, इन्हें किवें विकास किया तां नूं मुग्ध ने। तो जिवें असीं कहने कि जी मंत्र मुग्ध हो गया, हुण उसने गीत सुनिया ते मंत्र मुग्ध हो गया।
ਮੁਗਧ ਹੋ ਗਿਆ, ਭਾਵ ਮਸਤਾਨਾ ਹੋ ਗਿਆ, ਮਸਤਾਨਾ ਜਾਂ ਮਸਤ। ਤੋ ਇਸ ਪ੍ਰਕਾਰ ਇਹਦਾ ਅਰਥ ਉੱਚਾ ਹੋ ਗਿਆ। ਜਿਵੇਂ ਮੂਲ ਸੰਸਕ੍ਰਿਤ ਦੇ ਵਿੱਚ ਬਾਬੂ, ਪੁਰਾਤਨ ਵੈਦਿਕ ਦੇ ਵਿੱਚ ਜੋ ਬਾਬੂ ਹੈ ਉਹਦਾ ਅਰਥ ਹੁੰਦਾ ਹੈਗਾ ਬਾਂਦਰ। ਤੋ ਅੱਜ ਬਾਬੂ ਦਾ ਅਰਥ ਇੰਨਾ ਉਤਕਰਸ਼ ਹੋ ਗਿਆ ਹੈਗਾ, ਆਪਣਾ ਉੱਚਾ ਹੋ ਗਿਆ ਉਹ, ਕਿ ਅੱਜ ਉਹ ਕਲਰਕ ਵਾਸਤੇ ਯੂਜ਼ ਕੀਤਾ ਜਾਂਦਾ, ਗ੍ਰੀਕ ਭਾਸ਼ਾ ਦੇ ਵਿੱਚ ਉਹ ਨਾਊਨ ਬਣ ਗਿਆ। ਤੋ ਕੁੱਲ ਮਿਲਾ ਕੇ ਜਿਹੜਾ ਹੈਗਾ ਹੈ ਕਿ ਅਰਥਾਂ ਦਾ ਜਿਹੜਾ ਸੰਬੰਧ ਹੈਗਾ ਹੈ ਉਹ ਉਹਦੀ ਵਰਤੋਂ ਵਿਉਂਤ ਦੇ ਸਿਰ ਦੇ ਉੱਪਰ ਹੈ। ਜਿਵੇਂ ਹੁਣ ਫਰੰਗੀ ਹੈ, ਫਰੰਗੀ, ਹੁਣ ਫਰੰਗੀ ਸ਼ਬਦ ਪੁਰਤਗਾਲੀ ਦੇ ਵਿੱਚ ਇਹਨੂੰ ਪੁਰਤਗਾਲੀ ਦੇ ਵਿੱਚ ਇਹਨੂੰ ਕਹਿੰਦੇ ਡਾਕੂ। ਇਹਦਾ ਮਾਇਨਾ ਹੈਗਾ ਡਾਕੂ। ਗੁਰੂ ਗੋਬਿੰਦ ਸਿੰਘ ਲਿਖਦੇ ਨੇ कि बंग के बंगाली फरहंग के फरंगा वाली दिल्ली के दिल वाली तेरी आज्ञा में चलत है। तो फरंगी जिहड़ा है वो पुर्तगाली च डाकू है। तो फारसी दे विच फरंगी बन गया जो यूरोप का वसनीक है, जो यूरोपीन है, फरंगी। गुरु महाराज लिखते हैं कि फरा के फरंगी कंधार देश के कंधारी। तो कंधार का जो कंधारी है, फरा का फरंगी। फरा मीन्स यूरोप, यूरोपीन फ्रॉम यूरोप। फरा का फरंगी, फरहंग के फरंगा वाली। तो जो फरंगी हैगा उत्थे जो यूरोप का वसनीक है। तो अज अंग्रेज अपने आप को फरंगी कहाउंदे ने कि वह फरहंग दे यूरोप के वसनीक ने, परंतु मूल रूप दे विच फरंगी का जिहड़ा मायना हैगा पुर्तगाली दे विच ओह डाकू निकलदा हैगा। एक दो शब्द होर भी हैगे ने इहो जिहे, सो उन्हां दा जिहड़ा हैगा इवें मायने निकलदे हैगे ने। सो कुल मिला के जिहड़ा हैगा इस प्रकार अर्थ दा जिहड़े हैगा ये दिशावां हैगियां ने। अर्थ नूं इस प्रकार उच्चे नीवें विस्तार संकुचता वाले भावां दे विच वरतिया जांदा हैगा। तो 5 किस्मां दे विच अर्थ नूं जिहड़ा विचारिया जांदा हैगा। उस तो बाद दे विच की हुंदा हैगा कि अर्थ दीआं अगे होर किस्मां बण जांदियां ने। जिवें कि असीं गल करदे हैगे आ कि भई ये समानार्थक शब्द ने। अगली टर्म जिहड़ी इहदे चों निकल आउंदी हैगी है कि जिवें समानार्थक शब्द, समानार्थक शब्द ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਅਰਥ ਸਮਾਨ ਹੁੰਦੇ ਨੇ। ਜਿਵੇਂ ਸਰੀਰ, ਤਨ, ਦੇਹ, ਕਾਇਆ, ਜੁੱਸਾ। ਹੁਣ ਇੰਨੇ ਸ਼ਬਦ ਨੇ, ਇਹਨਾਂ ਦਾ ਮਾਇਨਾ ਇੱਕ ਹੈ, ਇਹਨਾਂ ਦਾ ਮਾਇਨਾ ਇੱਕ ਹੈ। ਜਿਵੇਂ ਅਸੀਂ ਗੱਲ ਕਰੀਏ ਅਭਿਮਾਨ, ਅਭਿਮਾਨ ਇਹ ਕੀ ਆ? ਹਉਮੈ, ਘਮੰਡ, ਅਹੰਕਾਰ, ਮੈਂ। तो किन्ने शब्द ਇਹਦੇ ਚ ਬਣ ਜਾਂਦੇ ਨੇ ਸਮਾਨਾਰਥਿਕ। तो ਜਿਹੜੇ ਸਮਾਨਤਾ ਦੀ ਜਿਹੜੀ ਅਭਿਵਿਅੰਜਨਾ ਕਰਦੇ ਨੇ, ਜਿਵੇਂ ਆਪਾਂ ਕਰੀਏ ਕਿ ਮੀਂਹ, ਬਰਸਾਤ, ਵਰਖਾ, ਜ਼ਾਲਾਬਾਰੀ। तो बहुत सारे शब्द ਹੁੰਦੇ ਨੇ। ਇੱਕ ਸ਼ਬਦ ਦੇ ਬਹੁਤ ਸਾਰੇ ਸਮਾਨਾਰਥਕ ਸ਼ਬਦ ਹੁੰਦੇ ਨੇ ਭਾਸ਼ਾ ਦੇ ਵਿੱਚ ਪ੍ਰਚਲਿਤ। ਖਾਸ ਕਰਕੇ ਅਰਥ ਜਿਹੜੇ ਇਹੋ ਜਿਹੇ ਸ਼ਬਦ ਹੁੰਦੇ ਨੇ ਬਹੁਤੀ ਵਾਰੀ, ਖਾਸ ਕਰਕੇ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਕੰਟੈਕਸਟ ਦੇ ਵਿੱਚ ਗੱਲ ਕਰੀਏ, ਤਾਂ ਪੰਜਾਬੀ ਨੇ ਬਹੁਤੀਆਂ ਦੂਜੀਆਂ ਭਾਸ਼ਾਵਾਂ ਤੋਂ ਲੋਨ ਵਰਡਸ ਲਏ ਹੁੰਦੇ ਨੇ, ਮਾਂਗਵੇਂ ਸ਼ਬਦ ਲਏ ਹੁੰਦੇ ਨੇ। ਜਿਵੇਂ ਆਪਾਂ ਗੱਲ ਕਰੀਏ ਹੁਣ ਇੱਛਾ ਹੈ, ਉਹ ਉਰਦੂ ਫਾਰਸੀ ਦੇ ਖਾਹਿਸ਼ ਹੈ, ਸੰਸਕ੍ਰਿਤ ਦਾ ਤਾਂਗ੍ਰ ਹੈ, ਤਾਂਗ ਕਿਸੇ ਚੀਜ਼ ਦੀ ਹੋਣੀ। ਤੋਂ ਤਿੰਨਾਂ ਭਾਸ਼ਾਵਾਂ ਦੇ ਮਾਂਗਵੇਂ ਸ਼ਬਦ ਹੈਗੇ ਨੇ, ਪਰ ਅਰਥ ਉਹਨਾਂ ਦਾ ਸਮਾਨ ਹੈਗਾ। ਉਹਨਾਂ ਨੂੰ ਮਾਂਗਵੇਂ ਰੂਪ ਦੇ ਵਿੱਚ ਅਸੀਂ ਇਸ ਕਦਰ ਲੈ ਲਿਆ ਕਿ ਸਾਨੂੰ ਉਹ ਆਪਣੇ ਹੀ ਲੱਗਦੇ ਨੇ। ਜਿਵੇਂ ਅਸੀਂ ਕਈ ਖਵਾਹਿਸ਼ ਵੀ ਕਹਿ ਦਿੰਦੇ ਨੇ, ਖਾਹਿਸ਼ ਵੀ ਕਹਿ ਦਿੰਦੇ ਨੇ, ਤੋਂ ਕਈ ਇੱਛਾ ਵੀ ਕਹਿ ਦਿੰਦੇ ਆ ਜੀ, ਤਾਂਗ ਵੀ ਕਹਿ ਦਿੰਦੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਜਾਂ ਮਹੱਤਵਕਾਂਖਿਆ ਵੀ ਕਹਿ ਦਿੰਦੇ ਆ ਕਿ ਮਹੱਤਵਕਾਂਖਿਆ ਹੈਗੀ ਆ ਜੀ ਉਹਦੀ। ਤੋਂ ਸਾਰੇ ਇੱਕ ਸਮਾਨ ਸ਼ਬਦ ਨੇ। ਇਹ ਸਮਾਨਾਰਥਕ ਸ਼ਬਦਾਂ ਦੀ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਵਰਤਿਆ ਜਾਂਦਾ ਹੈਗਾ। ਜਿਵੇਂ ਲੋਭ ਹੈ, ਲੋਭ ਤੋਂ ਲਾਲਚ ਵੀ ਹੈਗਾ ਜੀ, ਇੱਛਾ ਵੀ ਹੈਗੀ ਹੈ ਜੀ, ਲਾਲਸਾ ਵੀ ਹੈਗੀ ਹੈ। ਜਿਵੇਂ ਹੁਣ ਵਰ ਦੀ ਗੱਲ ਕਰੀਏ ਤੇ ਵਰ ਅਸੀਸ ਵੀ ਹੈਗਾ, ਕਿਸੇ ਨੂੰ ਅਸੀਸ ਦੇਣਾ।
ਉਸ ਤੋਂ ਬਾਅਦ ਕਿਸੇ ਨੂੰ ਕੋਈ ਚੀਜ਼ ਜਿਹੜੀ ਹੈਗੀ ਆਸ਼ੀਰਵਾਦ ਦੇ ਦੇਣਾ। ਫਿਰ ਉਸ ਤੋਂ ਬਾਅਦ ਵਿੱਚ ਮੰਗੇਤਰ ਨੂੰ ਵੀ ਵਰ ਕਹਿੰਦੇ ਨੇ, ਲਾੜੇ ਨੂੰ ਵਰ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਹੈਗੇ। ਇਸ ਤੋਂ ਬਾਅਦ ਆ ਜਾਂਦੇ ਜਿਵੇਂ ਬਹੁਅਰਥਿਕ ਸ਼ਬਦ। ਇਸ ਤੋਂ ਅਗਲੀ ਕੈਟਾਗਰੀ ਹੈਗੀ ਬਹੁਅਰਥਿਕ ਸ਼ਬਦਾਂ ਦੀ। ਬਹੁਅਰਥਿਕ ਕਈ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਇੱਕ ਦੇ ਬਹੁਤ ਸਾਰੇ ਅਰਥ ਹੁੰਦੇ ਨੇ। ਜਿਵੇਂ ਆਪਾਂ ਗੱਲ ਕਰੀਏ ਉੱਚਾ, ਹੁਣ ਉਸਦਾ ਕਿਰਦਾਰ ਉੱਚਾ ਹੈ। ਫਿਰ ਉੱਚਾ ਹੈ, ਕੱਦ ਉੱਚਾ ਹੈ। ਫਿਰ ਉੱਚਾ, ਮਰਤਬਾ ਉੱਚਾ ਹੈ। तो ਇੱਕ ਸ਼ਬਦ ਜਿਹੜਾ ਉੱਚਾ ਹੈਗਾ ਹੈ ਉਹ ਇੱਕ ਚਰਿੱਤਰ ਵਾਸਤੇ, ਇੱਕ ਅਹੁਦੇ ਵਾਸਤੇ, ਇੱਕ ਉਹਦੇ ਹਾਈਟ ਵਾਸਤੇ, ਉਹਦੇ ਕੱਦ ਵਾਸਤੇ ਇੱਕੋ ਸ਼ਬਦ ਨੂੰ ਜਿਹੜਾ ਹੈਗਾ ਉਹ ਜਿਹੜਾ ਵਰਤਿਆ ਜਾਂਦਾ ਹੈਗਾ। ਸੋ ਐਵੇਂ ਜੇ ਅਸੀਂ ਗੱਲ ਕਰੀਏ ਕਿ ਜਿਵੇਂ ਅਸੀਂ ਆਪਾਂ ਗੱਲ ਕਰਦੇ ਹੈਗੇ ਆ ਕਿ ਜੀ ਉੱਤਰ, ਹੁਣ ਉੱਤਰ ਹੈ, ਉੱਤਰ ਇੱਕ ਤਾਂ ਦਿਸ਼ਾ ਹੈ, ਇੱਕ ਆਨਸਰ ਹੈਗਾ ਜਿਹਨੂੰ ਤੁਸੀਂ ਆਨਸਰ ਕਹਿੰਦੇ ਹੋ, ਆਨਸਰ। ਇੱਕ ਉੱਤਰ ਜਿਹੜਾ ਹੈਗਾ ਨੀਚੇ ਹੋਣਾ। ਤਾਂ ਇੱਕ ਸ਼ਬਦ ਹੈਗਾ ਇਹਦੇ ਤੋਂ ਕਿੰਨੇ ਮਾਇਨੇ ਨਿਕਲ ਜਾਂਦੇ ਨੇ। ਜਿਵੇਂ ਹੁਣ ਆਪਾਂ ਕਹਿੰਦੇ ਕਿ ਉਸਤਾਦ ਹੈ, ਇੱਕ ਤੇ ਉਸਤਾਦ ਗੁਰੂ ਹੈ, ਉਸਤਾਦ ਗੁਰੂ ਹੈ। ਫਿਰ ਚਲਾਕ ਆਦਮੀ ਵਾਸਤੇ ਵੀ ਉਸਤਾਦ ਕਹਿੰਦੇ ਨੇ ਕਿ ਜੀ ਇਹ ਉਸਤਾਦ ਹੈ। ਉਸ ਤੋਂ ਬਾਅਦ ਦੇ ਵਿੱਚ ਇੱਕ ਨਿਪੁੰਨ ਹੈਗਾ, ਜੇ ਆਪਣੇ ਕੰਮ ਦੇ ਵਿੱਚ ਜਿਹੜਾ ਨਿਪੁੰਨਤਾ ਰੱਖਦਾ ਹੈ ਕਿ ਜੀ ਫਲਾਨਾ ਤੇ ਆਪਣੇ ਕੰਮ ਦਾ ਪੂਰਾ ਉਸਤਾਦ ਹੈ। ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਸ਼ਬਦ ਹੁੰਦੇ ਨੇ ਉਹ ਬਹੁਤ ਸਾਰੇ ਬਹੁਅਰਥਕ ਸ਼ਬਦ ਵੀ ਹੁੰਦੇ ਨੇ। ਉਹਨਾਂ ਦੇ ਬਹੁਤ ਸਾਰੇ ਅਰਥ ਹੁੰਦੇ ਨੇ, ਮਾਇਨੇ ਬੜੇ ਨਿਕਲ ਜਾਂਦੇ ਹੈਗੇ ਨੇ। ਤੋਂ ਖਾਸ ਕਰਕੇ ਪੰਜਾਬੀ ਦੇ ਵਿੱਚ ਤੁਹਾਨੂੰ ਇਹੋ ਜਿਹੇ ਸ਼ਬਦ ਬੜੀ ਵੱਡੀ ਮਾਤਰਾ ਦੇ ਵਿੱਚ ਮਿਲਣਗੇ। ਇਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਫਿਰ ਆ ਜਾਂਦੇ ਨੇ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਇੱਕ ਸ਼ਬਦ ਹੈਗਾ ਔਰ ਉਸਦੇ ਜਿਹੜਾ ਵਿਰੋਧਤਾ ਦੇ ਵਿੱਚ ਉਹਦੇ ਜਿਹੜਾ ਹੈਗਾ ਮੁਖਤਲਿਫ ਸ਼ਬਦ ਵਰਤਿਆ ਜਾਂਦਾ, ਬਰਖਲਾਫ ਸ਼ਬਦ ਵਰਤਿਆ ਜਾਂਦਾ ਜਾਂ ਮੁਖਤਲਿਫ ਵਰਤਿਆ ਜਾਂਦਾ, ਉਸ ਨੂੰ ਅਸੀਂ ਵਿਰੋਧੀ ਸ਼ਬਦ ਕਹਿੰਦੇ ਹਾਂ। ਜਿਵੇਂ ਗੱਲ ਕਰਦੇ ਹੈਗੇ ਅਸੀਂ ਕਿ ਉੱਤਰ ਇਹਦੇ ਵਿਰੋਧ ਦੇ ਵਿੱਚ ਗੱਲ ਕਰਾਂਗੇ ਅਸੀਂ ਚੜ੍ਹਦੀ, ਬੈਠ, ਖੜ, ਸਫੇਦ, ਸਿਆਹ। ਫਿਰ ਉੱਤਰ, ਦੱਖਣ। ਸੋ ਇਸ ਪ੍ਰਕਾਰ ਦੇ ਜਿਹੜੇ ਸ਼ਬਦ ਹੁੰਦੇ ਨੇ ਇੱਕ ਦੇ ਵਿਰੋਧ ਦੇ ਵਿੱਚ ਪ੍ਰਗਟ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਇੱਕ ਸ਼ਬਦ ਦੇ ਵਿਰੋਧ ਦੇ ਵਜੋਂ ਜਿਨ੍ਹਾਂ ਨੂੰ ਪ੍ਰਗਟ ਕੀਤਾ ਜਾਂਦਾ ਹੈਗਾ ਉਹਨਾਂ ਨੂੰ ਅਸੀਂ ਕਹਿੰਦੇ ਆ ਵਿਰੋਧੀ ਸ਼ਬਦ। ਇਹਨਾਂ ਨੂੰ ਵਿਰੋਧੀ ਸ਼ਬਦਾਂ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਮੁਖਾਤਿਬ ਹੁੰਨੇ ਹੈਗੇ ਆ। ਤਾਂ ਮੁਖਤਸਰ ਰੂਪ ਦੇ ਵਿੱਚ ਜਿਹੜੇ ਅਸੀਂ ਇਹਨਾਂ ਦੀਆਂ ਪਹਿਲੀਆਂ ਇਹ 4 ਕਿਸਮਾਂ ਤੁਸੀਂ ਜਿਹੜੀਆਂ 3 ਕਿਸਮਾਂ ਦੇਖੀਆਂ ਹੈਗੀਆਂ, ਔਰ ਜਿਹੜੇ ਹੈਗੇ ਨੇ ਇਹਦੀ ਅਖੀਰਲੀ ਕਿਸਮ ਹੈਗੀ ਆ ਵੀ ਬਹੁਤੇ ਸ਼ਬਦਾਂ ਦੇ ਥਾਂ ਤੇ ਇੱਕ ਸ਼ਬਦ ਹੁੰਦਾ। ਕਈ ਵਾਰੀ ਬਹੁਤੇ ਸ਼ਬਦਾਂ ਦੇ ਥਾਂ ਤੇ ਸ਼ਬਦਾਂ ਵਾਸਤੇ ਇੱਕ ਸ਼ਬਦ। ਜਿਵੇਂ ਉਹ ਕਹਿ ਦਿੰਦੇ ਹੈਗੇ ਆ ਕਿ ਜੋ ਦੁੱਧ ਦਾ ਕੰਮ ਕਰਦਾ ਹੈਗਾ, ਜਿਸ ਦਾ ਕਿੱਤਾ ਦੁੱਧ ਨਾਲ ਸੰਬੰਧਿਤ ਹੋਵੇ, ਦੁੱਧ ਨਾਲ ਕਿੱਤਾ ਕਰਨ ਵਾਲਾ ਬੰਦਾ। ਹੁਣ ਕੀ ਹੈ, ਸੰਯੋਗਾਤਮਕ ਬਿਰਤੀ ਦਰਸਾਉਂਦੇ ਹੋਏ ਜੋ ਦੁੱਧ ਨਾਲ ਕਿੱਤਾ ਕਰਦਾ ਹੈ ਜੀ, ਦੁੱਧ ਨਾਲ ਕਿੱਤਾ ਜਿਹੜੇ ਬੰਦੇ ਦਾ ਹੈਗਾ ਉਹਨੂੰ ਕੀ ਕਵਾਂਗੇ, ਦੁੱਧੀ। ਜੋ ਬੰਦਾ ਪਹਿਲ ਰੈਸਲਿੰਗ ਕਰਦਾ ਹੈਗਾ ਜਾਂ ਘੋਲ ਕਰਦਾ ਹੈਗਾ ਜਾਂ ਖੇਡਾਂ ਕਰਦਾ ਹੈਗਾ ਜਾਂ ਕੋਈ ਹੋਰ ਇਹੋ ਜਿਹਾ ਕੰਮ ਗੇਮਾਂ ਕਰਦਾ ਹੈਗਾ ਜਾਂ ਐਥਲੈਟਿਕਸ ਕਰਦਾ, ਜੋ ਵੀ ਖੇਡਾਂ ਕਰਦਾ, ਕ੍ਰੀੜਾ ਕਰਦਾ ਹੈਗਾ, ਉਹਦੇ ਵਾਸਤੇ ਅਸੀਂ ਕੀ ਵਰਤਾਂਗੇ, ਖਿਡਾਰੀ। ਤੋ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਹੜੇ ਉਹ ਇੱਕ ਸ਼ਬਦ ਹੀ ਪੂਰੇ ਵਾਕ ਦੀ ਜਿਹੜੀ ਹੈਗਾ ਉਹ ਜਿਹੜੀ ਉਹ ਅਭਿਵਿਅੰਜਨਾ ਕਰ ਦਿੰਦਾ ਹੈਗਾ,
ਪੂਰੇ ਵਾਕ ਦੀ ਪੈਰਵਾਈ ਕਰ ਦਿੰਦਾ। ਬਹੁਤੇ ਸ਼ਬਦਾਂ ਦੀ ਥਾਂ ਤੇ ਫਿਰ ਇਹ ਇੱਕ ਹੀ ਸ਼ਬਦ ਅਰਥ ਪ੍ਰਦਾਨ ਕਰ ਦਿੰਦਾ ਸਾਰਿਆਂ ਦਾ। ਸਾਨੂੰ ਸਾਰੇ ਲਾਈਨ ਨੂੰ ਜਿਹੜਾ ਸਾਰੇ ਵਾਕ ਨੂੰ ਲੋੜ ਨਹੀਂ ਹੁੰਦੀ, ਉਹ ਇੱਕ ਸ਼ਬਦ ਹੀ ਸਾਰੀ ਲਾਈਨ ਦੀ ਜਿਹੜੀ ਵਿਵੰਜਨਾ ਇੱਥੇ ਸਾਨੂੰ ਕਰ ਦਿੰਦਾ ਹੈਗਾ। ਤਾਂ ਇਸ ਪ੍ਰਕਾਰ ਸੀਗਾ ਜਿਹੜਾ ਸਾਡਾ ਇਹ ਅਰਥ ਦਾ ਪੱਧਰ ਸੀਗਾ। ਤਾਂ ਅਰਥ ਦਾ ਘੇਰਾ ਜਿਹੜਾ ਹੈਗਾ ਉਹ ਬੜਾ ਵਿਸ਼ਾਲ ਹੈ। ਅਰਥ ਨੂੰ ਅਸੀਂ ਇੱਕ ਕੈਟਾਗਰੀ ਦੇ ਵਿੱਚ ਜਾਂ ਇੱਕ ਨਜ਼ਰੀਏ ਤੋਂ ਉਹ ਨਹੀਂ ਵੇਖ ਸਕਦੇ, ਕਿਉਂਕਿ ਜਿੰਨੀ ਸਾਡੀ ਬੁੱਧੀਮਤਾ ਹੈਗੀ ਆ, ਜਿੰਨਾ ਕੁ ਸਾਡੇ ਵਿੱਚ ਕੁਵਤ ਹੈ, ਅਸੀਂ ਅਰਥ ਨੂੰ ਉਸ ਪ੍ਰਕਾਰ ਹੀ ਪ੍ਰਾਪਤ ਕਰਾਂਗੇ। ਅਦਰਵਾਈਜ਼ ਅਸੀਂ ਉਸ ਪੱਧਰ ਤੋਂ ਅਰਥ ਨੂੰ ਨਹੀਂ ਲੈ ਸਕਦੇ, ਕਿਉਂਕਿ ਉੱਥੇ ਜਿਹੜਾ ਮੂਲ ਟੈਕਸਟ ਦਾ ਜਿਹੜਾ ਅਰਥ ਹੁੰਦਾ, ਕਈ ਵਾਰ ਉਹ ਅਰਥ ਕੁਝ ਹੋਰ ਹੁੰਦਾ, ਅਸੀਂ ਉਹਨੂੰ ਕੁਝ ਹੋਰ ਸਮਝ ਰਹੇ ਹੁੰਦੇ। ਸੋ ਕਈ ਵਾਰ ਅਰਥਾਂ ਦਾ ਜਿਹੜਾ ਸਿਸਟਮ ਹੈਗਾ ਸਾਡੀ ਪਹੁੰਚ ਤੋਂ ਬਾਹਰ ਦਾ ਹੁੰਦਾ ਹੈ। ਉੱਥੇ ਫਿਰ ਅਸੀਂ ਆਪਣੇ ਨਵੇਂ ਅਰਥ ਆਪਣੇ ਕੋਲੋਂ ਹੀ ਘੜ ਲੈਂਦੇ ਹਾਂ, ਆਪਣੇ ਕੋਲੋਂ ਹੀ ਉਹਨੂੰ ਜਿਹੜਾ ਅਰਥਾਂ ਦੇ ਵਿੱਚ ਆਪਣੇ ਅਰਥਾਂ ਦੇ ਨਾਲ ਹੀ ਐਕਸਪਲੇਨ ਕਰ ਦਿੰਦੇ ਹਾਂ। ਤਾਂ ਕੁੱਲ ਮਿਲਾ ਕੇ ਸੀਗਾ ਇਹ ਅਰਥ ਸੀ, ਔਰ ਅਰਥ ਹੀ ਮੂਲ ਰੂਪ ਦੇ ਵਿੱਚ ਕਿਸੇ ਭਾਸ਼ਾ ਦੀ ਜਿੰਦ ਜਾਨ ਹੁੰਦੇ ਨੇ। ਅਰਥਾਂ ਤੋਂ ਵਿਹੂਣੀ ਭਾਸ਼ਾ ਦੀ ਕੋਈ ਰੈਲੀਵੈਂਸੀ ਨਹੀਂ ਹੁੰਦੀ ਹੈਗੀ। ਅਰਥ ਹੀ ਹਨ ਜੋ ਭਾਸ਼ਾ ਨੂੰ ਭਾਸ਼ਾ ਬਣਾਉਂਦੇ ਨੇ ਮੂਲ ਰੂਪ ਦੇ ਵਿੱਚ। ਬਾਕੀ ਦੇ ਸਭ ਜੇ ਤੁਸੀਂ ਕਹੋਗੇ ਕਿ ਸ਼ਬਦ ਹੈਗੇ ਆ ਜੀ, ਅੱਖਰ ਹੈਗੇ ਨੇ, ਵਾਕੰਸ਼ ਹੈਗੇ ਨੇ, ਉਪਵਾਕ ਹੈਗੇ ਨੇ, ਵਿਆਕਰਣਿਕ ਨੇਮ ਹੈਗੇ ਨੇ, ਫਿਰ ਵਾਕ ਹੈਗੇ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਭਾਸ਼ਾ ਦਾ ਸਰੀਰ ਹੈ, ਉਹਦਾ ਪਿੰਡਾ ਹੈ, ਉਹਦਾ ਜਿਹੜੀ ਦੇਹ ਹੈ। ਪਰ ਜਿਹੜੀ ਉਹਦੇ ਵਿੱਚ ਆਤਮਾ ਰੂਪੀ ਵਾਸ ਕਰਦਾ ਹੈਗਾ ਉਹ ਅਰਥ ਹੈ। ਕਿਉਂ? ਅਰਥ ਦੇ ਨਾਲ ਹੀ ਭਾਸ਼ਾ ਹੈ, ਅਦਰਵਾਈਜ਼ ਭਾਸ਼ਾ ਨਹੀਂ ਹੈਗੀ। ਤੋ ਕਿਸੇ ਵੀ ਸਮਾਜ ਦੀ ਭਾਸ਼ਾ ਹੈਗੀ, ਭਾਵੇਂ ਉਹ ਸੱਭਿਅਕ ਹੈ ਜਾਂ ਅਸੱਭਿਅਕ ਹੈ, ਉਹ ਹਰੇਕ ਸਮਾਜ ਦੀ ਭਾਸ਼ਾ ਦੇ ਕੋਈ ਨਾ ਕੋਈ ਮਾਇਨੇ ਜਾਂ ਅਰਥ ਜ਼ਰੂਰ ਹੁੰਦੇ ਨੇ। ਸੋ ਇਸ ਪ੍ਰਕਾਰ ਇਹ ਸਾਡਾ ਸੀ ਅਰਥ ਦਾ ਸਿਸਟਮ ਸੀਗਾ। ਅਰਥ ਵਿਗਿਆਨ ਦਾ ਜਿਹੜਾ ਇੱਕ ਟਰਮ ਸੀਗੀ ਅਰਥ, ਉਹਨੂੰ ਅਸੀਂ ਐਕਸਪਲੇਨ ਕੀਤਾ ਹੈਗਾ।